ਸਤਿ ਸ਼੍ਰੀ ਅਕਾਲ ਜੀ। ਤੁਸੀਂ ਵੇਖ ਰਹੇ ਹੋ ਨਿਰਪੱਖ ਪੋਸਟ ਤੇ ਕਿਸਾਨ ਅੰਦੋਲਨ ਨਾਲ ਜੁੜੀ ਪਲ ਦੀ ਖਬਰ ਅਸੀਂ ਤੁਹਾਡੇ ਤੱਕ ਪਹੁੰਚਾ ਰਹੇ ਹਾਂ ਤੇ ਨਾਲ ਹੀ ਕਈ ਬੁੱਧੀਜੀਵੀਆਂ ਤੋਂ ਇਸ ਅੰਦੋਲਨ ਨੂੰ ਲੈ ਕੇ ਵਿਸ਼ਲੇਸ਼ਣ ਵੀ ਅਸੀਂ ਲਗਾਤਾਰ ਕਰ ਰਹੇ ਹਾਂ ਕਿ ਕਿਸ ਦਿਸ਼ਾ ਵੱਲ ਅੱਗੇ ਵੱਧ ਰਿਹਾ, ਕੀ ਨਤੀਜੇ ਅੱਗੋਂ ਨਿਕਲ ਸਕਦੇ ਨੇ, ਕੀ ਸੰਭਾਵਨਾਵਾਂ ਨੇ। ਤੇ ਅੱਜ ਵੀ ਉਸੇ ਅਧੀਨ ਆਪਾਂ ਚਰਚਾ ਕਰਾਂਗੇ ਤੇ ਸਾਡੇ ਨਾਲ ਮੌਜੂਦ ਹਨ ਜੀ ਡਾਕਟਰ ਸੁਖਪ੍ਰੀਤ ਸਿੰਘ ਉਦੋਕੇ ਤੇ ਬਹੁਤ ਸਵਾਗਤ ਹੈ ਜੀ ਸਭ ਤੋਂ ਪਹਿਲਾਂ ਨਿਰਪੱਖ ਪੋਸਟ ਤੇ। ਮਿਹਰਬਾਨੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਅੱਜ ਦੇਖੋ, ਅੱਜ 8 ਤਰੀਕ ਨੂੰ ਜਦੋਂ ਹੁਣ ਮੀਟਿੰਗ ਵੀ ਹੈ, ਕਾਫੀ ਉਮੀਦਾਂ ਵੀ ਨੇ, ਪਰ ਤੁਸੀਂ ਇੱਕ ਵਿਸ਼ਲੇਸ਼ਣ ਦੇ ਤੌਰ ਤੇ ਕਿਸ ਤਰੀਕੇ ਨਾਲ ਇਹ ਸਾਰੇ ਸੰਘਰਸ਼ ਨੂੰ ਵੇਖਦੇ ਹੋ? ਕੀ ਲੱਗ ਰਿਹਾ ਕਿ ਅੱਜ ਦੀ ਮੀਟਿੰਗ ਤੋਂ ਕੀ ਚੀਜ਼ਾਂ ਨਿਕਲ ਸਕਦੀਆਂ, ਕੀ ਸੰਭਾਵਨਾਵਾਂ ਬਣ ਰਹੀਆਂ ਨੇ? ਵੇਖੋ, ਪਹਿਲੀ ਗੱਲ ਤਾਂ ਇਹ ਕਿ ਇਸ ਤੋਂ ਪਹਿਲਾਂ ਜਿੰਨੀਆਂ ਵੀ ਮੀਟਿੰਗਸ ਹੋਈਆਂ ਨੇ ਜਿਹਦੇ ਵਿੱਚ ਅਧਿਕਾਰਤ ਮੀਟਿੰਗਾਂ ਤੋਂ ਲੈ ਕੇ ਅਮਿਤ ਸ਼ਾਹ ਨਾਲ ਹੋਈਆਂ ਅਣਅਧਿਕਾਰਤਕ ਬੈਠਕਾਂ ਸਾਰੀਆਂ ਜਿਹੜੀਆਂ ਨੇ, ਜਦੋਂ ਤੁਸੀਂ ਸਾਰਿਆਂ ਦਾ ਵਿਸ਼ਲੇਸ਼ਣ ਕਰਦੇ ਹੋ ਤੇ ਅਜੇ ਤੱਕ ਸਰਕਾਰ ਜਿਹੜੀ ਆ ਆਪਣੀ ਇਸ ਗੱਲ ਦੇ ਉੱਪਰ ਵਜੇਦ ਹੈ ਕਿ ਇਹ ਜਿਹੜੇ ਕਾਨੂੰਨ ਨੇ ਅਮੈਂਡਮੈਂਟਸ ਤਾਂ ਹੋ ਸਕਦੀਆਂ ਨੇ ਪਰ ਇਹਨਾਂ ਦੀ ਰਿਪੀਲਿੰਗ ਨਹੀਂ ਹੋਵੇਗੀ, ਭਾਵ ਕਿ ਇਹ ਰੱਦ ਨਹੀਂ ਹੋਣਗੇ। ਸੋ ਅੱਜ ਦੀ ਜਿਹੜੀ ਮੀਟਿੰਗ ਹੈ, ਕੱਲ੍ਹ ਦੁਪਹਿਰ ਤੱਕ ਤਾਂ ਇਹਦੇ ਪਾਸੇ ਬਾਰੇ ਵੀ ਸਾਰੀਆਂ ਇਹੀ ਕਿਆਸ ਰਾਈਆਂ ਸੀ ਕਿਸਾਨ ਜਥੇਬੰਦੀਆਂ ਤੋਂ ਲੈ ਕੇ ਆਮ ਬੁੱਧੀਜੀਵੀ ਵਰਗ ਦੇ ਵਿੱਚ ਕਿ ਇਹ ਵੀ ਤਕਰੀਬਨ ਜਿਹੜੀ ਹੈ ਉਹ ਨਕਾਰਾ ਹੀ ਸਾਬਤ ਹੋਵੇਗੀ ਜਾਂ ਬੇਸਿੱਟਾ ਰਹੇਗੀ ਕਿ ਇਹਦੇ ਵਿੱਚੋਂ ਕਿਸੇ ਵੀ ਤਰ੍ਹਾਂ ਦੇ ਕੋਈ ਵਧੀਆ ਸਿੱਟੇ ਨਿਕਲ ਦੀ ਆਸ ਨਹੀਂ। ਉਹਦੇ ਨਾਲ ਜਿਹੜਾ 26 ਜਨਵਰੀ ਦਾ ਪ੍ਰੋਗਰਾਮ ਸੀਗਾ, ਉਹਦੀ ਕਵਾਇਦ ਦੇ ਵਜੋਂ ਜਿਹੜਾ ਕੱਲ੍ਹ ਦਾ ਟਰੈਕਟਰ ਮਾਰਚ ਸੀਗਾ ਉਹ ਸਫਲ ਰਿਹਾ, ਇਹਦੇ 'ਚ ਕੋਈ ਸ਼ੱਕ ਨਹੀਂ। ਤਾਂ ਉਹਦੇ ਨਾਲ ਜਿਹੜੀ ਨੌਜਵਾਨੀ ਦੇ ਵਿੱਚ ਇੱਥੇ ਇੱਕ ਕੰਫਰਟ ਜ਼ੋਨ ਵਰਗੀ ਜਿਹੜੀ ਖੜੋਤ ਆ ਗਈ ਸੀ ਉਹ ਜ਼ਰੂਰ ਟੁੱਟੀ। ਪਰ ਹੁਣ ਜਿਹੜੀ ਕੱਲ੍ਹ ਦੇ ਸਮੇਂ ਦੇ ਵਿੱਚ ਦੁਪਹਿਰ ਤੋਂ ਬਾਅਦ ਜਿਹੜੀਆਂ ਖਬਰਾਂ ਨਸ਼ਰ ਹੋਈਆਂ ਕਿ ਬਾਬਾ ਲੱਖਾ ਸਿੰਘ ਨਾਨਕਸਰ ਵਾਲੇ ਜਿਹੜੇ ਨੇ ਉਹ ਇੱਕ ਮੀਡੀਏਟਰ ਦੀ ਭੂਮਿਕਾ ਨਿਭਾਉਣ ਦੇ ਵਾਸਤੇ ਜਿਹੜੇ ਨੇ ਉਹ ਖੇਤੀਬਾੜੀ ਮੰਤਰੀ ਤੋਮਰ ਨੂੰ ਮਿਲੇ ਨੇ। ਸੋ ਉਹਨੇ ਸਾਰੇ ਵਰਤਾਰੇ ਦੇ ਪ੍ਰਤੀ ਜਿਹੜਾ ਲੋਕਾਂ ਦਾ ਸਿਰਜਿਆ ਹੋਇਆ ਇੱਕ ਦ੍ਰਿਸ਼ਟਾਂਤ ਸੀ ਨਾ, ਉਹਦੇ ਪ੍ਰਤੀ ਜਿਹੜਾ ਨਜ਼ਰੀਆ ਜਾਂ ਬਿਰਤਾਂਤ ਬਿਲਕੁਲ ਬਦਲ ਦਿੱਤਾ ਹੈ। ਸੋ ਅੱਜ ਸ਼ਾਮਾਂ ਦੀ ਮੀਟਿੰਗ ਤੱਕ ਇਹ ਪਤਾ ਨਹੀਂ ਗੱਲਬਾਤ ਕਿੱਧਰ ਨੂੰ ਜਾਂਦੀ ਹੈ, ਕਿਉਂਕਿ ਇਹ 'ਚ ਕੋਈ ਸ਼ੱਕ ਨਹੀਂ ਕਿ ਜਦੋਂ ਇਵੇਂ ਦੀਆਂ ਬੈਠਕਾਂ ਖੜੋਤ ਦੇ ਮਾਹੌਲ ਦੇ ਵਿੱਚ ਹੁੰਦੀਆਂ ਨੇ ਤਾਂ ਮੀਡੀਏਟਰ ਦੀ, ਵਿਚੋਲੇ ਦੀ ਲੋੜ ਹੁੰਦੀ ਹੈ। ਪਰ ਪਹਿਲੀ ਗੱਲ ਹੈ ਕਿ ਵਿਚੋਲਾ ਹੀ ਉਹ ਚੁਣਿਆ ਗਿਆ ਜਿਹੜਾ ਪੰਜਾਬ ਦੀ ਇੱਕ ਉਸ ਰਾਜਨੀਤਿਕ ਪਾਰਟੀ ਦੇ ਨਾਲ ਨੇੜੇ ਦੇ ਸੰਬੰਧ ਰੱਖਦਾ ਹੈ, ਜਿਹੜੀ ਪਾਰਟੀ ਤੋਂ ਇਹ ਸੰਘਰਸ਼ ਜਿਹੜਾ ਦੂਰੀ ਬਣਾ ਕੇ ਰੱਖ ਰਿਹਾ। ਬਿਲਕੁਲ, ਇੱਥੇ ਮੈਂ ਜ਼ਰੂਰ ਜਾਣਨਾ ਚਾਹੂੰਗੀ ਕਿ ਜਿਵੇਂ ਕਿ ਹੁਣ ਕਿਸਾਨ ਆਗੂਆਂ ਦਾ ਵੀ ਕਹਿਣਾ ਹੈ ਕਿ ਉਹਨਾਂ ਦਾ ਕਿਸਾਨ ਅੰਦੋਲਨ, ਜੋ ਬਾਬਾ ਲੱਖਾ ਸਿੰਘ ਨੇ, ਉਹਨਾਂ ਦਾ ਕਿਸਾਨ ਅੰਦੋਲਨ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਤੇ ਅਸੀਂ ਉਹਨਾਂ ਨੂੰ ਨਹੀਂ ਭੇਜਿਆ ਤੇ ਉਹਨਾਂ ਨੇ ਸਾਡੇ ਨਾਲ ਕੋਈ ਗੱਲ ਕਰਕੇ ਉੱਥੇ ਨਹੀਂ ਗਏ, ਵੀ ਆਪਣੇ ਆਪ ਜੋ ਆਪਣੇ ਤੌਰ ਤੇ ਉਹ ਮੀਡੀਏਟਰ ਬਣਨ ਦੀ ਕੋਸ਼ਿਸ਼ ਕਰ ਰਹੇ ਨੇ। ਤੇ ਕੀ ਲੱਗਦਾ, ਮਤਲਬ ਕਿਉਂਕਿ ਇਸ ਤਰੀਕੇ ਨਾਲ ਕਿਸੇ ਦਾ ਇੱਕਦਮ ਵਿੱਚ ਆ ਜਾਣਾ, ਐ ਲੱਗਦਾ ਕਿ ਮੁੱਦੇ ਤੋਂ ਭਟਕਾਉਣ ਦੀ, ਦਿਸ਼ਾ ਤੋਂ ਭਟਕਾਉਣ ਵਾਲੀ ਇੱਕ ਕੋਸ਼ਿਸ਼ ਜ਼ਰੂਰ ਲੱਗਦੀ ਕਿ ਇੱਕਦਮ ਆ ਜਾਣਾ ਔਰ ਕਹਿਣਾ ਜੀ ਹਾਂ ਮੈਂ ਤੁਹਾਡਾ ਕਰਾਂਗਾ। ਜੋ ਲੰਮੇ ਸਮੇਂ ਤੋਂ ਮੀਟਿੰਗਾਂ ਚੱਲ ਹੀ ਰਹੀਆਂ ਨੇ, ਕਿਸਾਨ ਆਗੂ ਆਪਣੀ ਗੱਲਾਂ ਰੱਖ ਹੀ ਰਹੇ ਨੇ, ਇੱਕਦਮ ਇਸ ਭੂਮਿਕਾ ਨੂੰ ਕਿਸ ਤਰੀਕੇ ਨਾਲ ਵੇਖਦੇ ਹੋ? ਵੇਖੋ, ਇਹਦੇ ਵਿੱਚ ਇਹ ਸੀਗਾ ਕਿ ਜਿਹੜੀ ਪਹਿਲਾਂ ਦੁਪਹਿਰ ਤੱਕ ਸਾਨੂੰ ਖਬਰ ਸੀ ਉਹ ਇਹ ਸੀਗੀ ਕਿ ਹੋ ਸਕਦਾ ਹੈ ਕਿ ਕੇਂਦਰ ਸਰਕਾਰ ਦੇ ਵੱਲੋਂ ਇਹ ਗੱਲ ਜਿਹੜੀਆਂ ਕਿਸਾਨ ਜਥੇਬੰਦੀਆਂ ਨੇ ਉਹਨਾਂ ਨੂੰ ਕਹੀ ਜਾਵੇਗੀ ਕਿ ਠੀਕ ਆ, ਅਸੀਂ ਜਿਹੜੇ ਆ ਇਹਨਾਂ ਕਾਨੂੰਨਾਂ ਨੂੰ ਬਣਾਇਆ ਜ਼ਰੂਰ ਹੈ ਪਰ ਕੇਂਦਰ ਕਿਸੇ ਵੀ ਸਟੇਟ ਦੇ ਉੱਪਰ ਦਬਾਅ ਨਹੀਂ ਬਣਾਵੇਗਾ ਕਿ ਇਹ ਲਾਗੂ ਕਰਨੇ ਜ਼ਰੂਰੀ ਨੇ ਜਾਂ ਜ਼ਰੂਰੀ ਨਹੀਂ ਹੈਗੇ, ਕਿ ਇਹ ਸੂਬੇ ਦੀ ਮਰਜ਼ੀ ਹੈ। ਸੋ ਉਹਦੇ ਵਿੱਚੋਂ ਥੋੜ੍ਹੀਆਂ ਜਿਹੀਆਂ ਸੰਭਾਵਨਾਵਾਂ ਇਹ ਜਨਮ ਲੈ ਰਹੀਆਂ ਸੀ ਕਿ ਸ਼ਾਇਦ ਸੂਬਿਆਂ ਦੇ ਵੱਧ ਅਧਿਕਾਰਾਂ ਦੀ ਗੱਲ ਤੁਰ ਪਈ ਆ। ਉਹਦੇ ਨਾਲ ਇਹ ਵੀ ਕਿਆਸ ਰਾਈਆਂ ਸੀਗੀਆਂ, ਜਿੰਨਾ ਕਿ ਮੈਨੂੰ ਕੱਲ੍ਹ ਮੀਡੀਆ ਦੇ ਵਿੱਚ ਜਿਹੜੇ ਹੋਏ ਅਧਿਐਨ ਨੇ ਉਹਨਾਂ ਨੂੰ ਪੜ੍ਹਨ ਦਾ ਮੌਕਾ ਮਿਲਿਆ। ਇੱਕ ਗੱਲ ਹੋਰ ਸਾਹਮਣੇ ਆ ਸਕਦੀ ਕਿ ਹੋ ਸਕਦਾ ਹੈ ਕਿ ਜਿਹੜੇ ਸੂਬੇ ਇਸ ਕਾਨੂੰਨ ਨੂੰ ਪ੍ਰਵਾਨਗੀ ਦੇ ਦੇਣਗੇ, ਖਾਸ ਕਰਕੇ 13-14 ਸੂਬਿਆਂ ਜਿਨ੍ਹਾਂ ਦੇ ਵਿੱਚ ਭਾਜਪਾ ਸਰਕਾਰਾਂ ਨੇ, ਤੇ ਹੋ ਸਕਦਾ ਕਿ 1, 2, 3 ਸਾਲ ਦੇ ਵਾਸਤੇ ਉੱਥੋਂ ਦਾ ਜਿਹੜਾ ਕਿਸਾਨ ਆ ਉਹਦੀ ਇੰਨੀ ਖੁਸ਼ਹਾਲੀ ਦੀ ਤਸਵੀਰ ਪੇਸ਼ ਕੀਤੀ ਜਾਵੇ ਕਿ ਜਿਹੜੇ ਸੂਬੇ ਬਿੱਲਾਂ ਦੇ ਖਿਲਾਫ ਨੇ ਉਹ ਸੋਚ ਕੇ ਪਛਤਾਉਣਾ ਸ਼ੁਰੂ ਕਰ ਦੇਣ ਕਿ ਨਹੀਂ, ਜੇਕਰ ਅਸੀਂ ਬਿੱਲਾਂ ਦੀ ਗੱਲ ਮੰਨ ਲੈਂਦੇ ਤਾਂ ਇਹਨਾਂ ਕਾਨੂੰਨਾਂ ਦੇ ਮਾਨਤਾ ਦੇਣ ਦੇ ਨਾਲ ਸ਼ਾਇਦ ਸਾਡੀ ਜਿਹੜੀ ਆਰਥਿਕ ਹਾਲਤ ਦੇ ਵਿੱਚ ਵਧੀਆ ਸੁਧਾਰ ਹੁੰਦਾ, ਜਿਸ ਤਰ੍ਹਾਂ ਸਰਕਾਰ ਨੇ ਕਿਹਾ ਸੀ। ਸੋ ਇਹ ਬੜੀਆਂ ਇਹਦੀਆਂ ਡਿਫਰੈਂਟ ਸਿਚੁਏਸ਼ਨ ਸੀ ਜਿਹੜੀਆਂ ਕੱਲ੍ਹ ਦੁਪਹਿਰ ਤੱਕ ਸੀਗੀਆਂ। ਪਰ ਬਾਬਾ ਲੱਖਾ ਸਿੰਘ ਦਾ ਵਿੱਚ ਆਉਣਾ ਸਾਰੇ ਮਾਹੌਲ ਨੂੰ ਇੱਕ ਵੱਖਰਾ ਹੀ ਮੋੜਾ ਦੇ ਗਿਆ, ਕਿਉਂਕਿ ਜਿਹੜੀਆਂ ਕਿਸਾਨ ਜਥੇਬੰਦੀਆਂ ਨੇ, ਜਿੰਨਿਆਂ ਕੁ ਲੀਡਰਾਂ ਦੇ ਮੈਂ ਅੱਗੋਂ ਜਿਹੜੇ ਉਹਨਾਂ ਦੇ ਨੁਮਾਇੰਦੇ ਨੇ ਉਹਨਾਂ ਨੂੰ ਜਾਣਦਾ, ਉਹ ਵੀ ਬਿਲਕੁਲ ਤੁਹਾਡੇ ਵਾਲੀ ਗੱਲ ਠੀਕ ਹੈ ਕਿ ਉਹ ਕਹਿੰਦੇ ਕਿ ਵਿਚੋਲਗਰੀ ਤਾਂ ਉਹ ਬੰਦਾ ਕਰ ਸਕਦਾ ਜਿਹੜਾ ਦੋਵਾਂ ਪੱਖਾਂ ਦੇ ਵਿੱਚ ਆਪਣੀ ਕੋਈ ਸਾਖ ਬਹਾਲ ਰੱਖਦਾ ਹੋਵੇ। ਸੋ ਬਾਬਾ ਨਾ ਤਾਂ ਕਿਸਾਨੀ ਦੇ ਨਾਲ ਜੁੜਿਆ ਹੋਇਆ, ਔਰ ਤੁਹਾਨੂੰ ਵੀ ਪਤਾ ਹੋਣਾ ਕਿ ਪਿੱਛੇ ਜਦੋਂ ਕਿਸਾਨਾਂ ਦੀ ਇੱਕ ਕਣਕ ਸੜੀ ਸੀ ਉਸ ਖੇਤਰ ਦੇ ਵਿੱਚ, ਤੇ ਬਾਬੇ ਦੇ ਬਾਰੇ ਇੱਕ ਮੀਡੀਆ 'ਚ ਖਬਰ ਆ ਗਈ ਸੀ ਕਿ ਉਹਨਾਂ ਦਾ ਮੁਆਵਜ਼ਾ ਮੈਂ ਦਊਂਗਾ
ਚਾਹੂੰਗਾ ਤੇ ਬਾਬੇ ਨੇ ਵਿਦੇਸ਼ ਤੋਂ ਵਾਪਸ ਆਉਂਦਿਆਂ ਕਿਹਾ ਸੀ ਕਿ ਮੈਂ ਕਿਸੇ ਨੂੰ ਮੁਆਵਜ਼ਾ ਨਹੀਂ ਦੇਣਾ, ਵੀ ਮੇਰਾ ਕਿਸਾਨੀ ਨਾਲ ਕੋਈ ਸੰਬੰਧ ਨਹੀਂ ਹੈ। ਸੋ ਲੋਕਾਂ ਨੇ ਉਹ ਗੱਲਾਂ ਜਾਂ ਉਹ ਵੇਲੇ ਜਿਹੜੇ ਸਕਰੀਨਸ਼ਾਟ ਸੀਗੇ ਸੋਸ਼ਲ ਮੀਡੀਆ 'ਚ, ਅੱਜ ਕੱਲ੍ਹ ਲੋਕੀ ਅਚੇਤ ਨਹੀਂ ਰਹਿ ਗਏ। ਹਰ ਵਕਤ ਹਰ ਜਿਹੜਾ ਵਿਅਕਤੀ ਹੈ, ਹਰ ਸ਼ਖਸ ਜਿਹੜਾ ਉਹ ਸੁਚੇਤ ਹੈ। ਲੋਕਾਂ ਨੇ ਉਹ ਸਕਰੀਨਸ਼ਾਟ ਹੀ ਸੰਭਾਲ ਕੇ ਰੱਖੇ ਨੇ ਕਿ ਜੇਕਰ ਕਿਸਾਨਾਂ ਦੇ ਕੋਲੋਂ ਕਣਕ ਉਗਰਾਉਣੀ ਹੋਵੇ ਫਿਰ ਤਾਂ ਕਿਸਾਨ ਚੰਗੇ ਨੇ, ਪਰ ਮੁਆਵਜ਼ਾ ਦੇਣਾ ਪੈ ਜੇ ਕਿਸਾਨੀ ਨਾਲ ਸੰਬੰਧ ਕੋਈ ਨਹੀਂ। ਤਾਂ ਅੱਜ ਮਸਲਾ ਕਿਸਾਨੀ ਦਾ ਤੇ ਅੱਜ ਇਹਨਾਂ ਹੇਜ ਕਿੱਥੋਂ ਜਾਗ ਪਿਆ। ਸੋ ਇਹਦੇ ਵਿੱਚ ਇਹ ਜਿਹੜੀਆਂ ਰਾਜਨੀਤਿਕ ਤੌਰ ਤੇ ਜਿਹੜੀਆਂ ਸੰਭਾਵਨਾਵਾਂ ਪੈਦਾ ਹੋ ਰਹੀਆਂ ਨੇ, ਇਹਨਾਂ ਦੀਆਂ ਪਰਿਭਾਸ਼ਾਵਾਂ ਨੂੰ ਸਮਝਣਾ ਬਹੁਤ ਜ਼ਰੂਰੀ ਹੈ ਕਿ ਕੇਂਦਰ ਸਰਕਾਰ ਕੀ ਇਸ ਸੰਘਰਸ਼ ਦੀ ਆੜ ਦੇ ਵਿੱਚ ਕਿਸੇ ਰਾਜਨੀਤਿਕ ਧਿਰ ਨੂੰ ਸਟੈਬਲਿਸ਼ ਕਰਨਾ ਚਾਹੁੰਦੀ ਹੈ, ਸੰਘਰਸ਼ ਨੂੰ ਤਾਰ-ਪੀੜੋ ਕਰਨਾ ਚਾਹੁੰਦੀ ਹੈ, ਤੇ ਜਾਂ ਫਿਰ ਹੋ ਸਕਦਾ ਹੈ ਕਿ ਇਹਨਾਂ ਕੱਤੀਆਂ ਦੇ ਵਿੱਚੋਂ ਕੁਛ ਨੁਮਾਇੰਦਾ ਜਥੇਬੰਦੀਆਂ ਤੇ ਨਹੀਂ ਤੇ ਕੁਛ ਜਥੇਬੰਦੀਆਂ ਨੂੰ ਬਾਬੇ ਦੀ ਕਿਤੇ ਨਾ ਕਿਤੇ ਕੋਈ ਰਾਬਤਾ ਵੀ ਕਾਇਮ ਹੋਵੇ। ਸੋ ਇਸ ਬਾਰੇ ਅਜੇ ਤੁਸੀਂ ਸਪਸ਼ਟ ਕੁਛ ਨਹੀਂ ਕਹਿ ਸਕਦੇ। ਜੀ ਬਿਲਕੁਲ। ਤੇ ਇੱਕ ਹੋਰ ਚੀਜ਼ ਜੋ ਕਿ ਅਸੀਂ ਅੱਜ ਵੀ ਦੇਖੀ ਕਿ ਜਦੋਂ ਆਪਾਂ ਆਉਂਦੇ ਹਾਂ ਦਿੱਲੀ ਵੱਲ ਨੂੰ, ਐਂਟਰ ਕਰਨ ਲੱਗਦੇ ਆ ਇਸ ਮੋਰਚੇ ਵੱਲ ਨੂੰ, ਤਾਂ ਇੱਕ ਸਟਾਰਟਿੰਗ 'ਚ ਇੱਕ ਹੋਰ ਸਟੇਜ ਜੋ ਹੈ ਹੁਣ ਬਣਾ ਦਿੱਤੀ ਗਈ ਹੈ। ਪਗੜੀ ਸੰਭਾਲ ਜੱਟਾ ਜੋ ਉਹਨਾਂ ਦੀ ਲਹਿਰ ਵੱਲ ਪੰਜਾਬ ਵੱਲੋਂ ਉਹਨਾਂ ਦੀ ਕਮੇਟੀ ਬਣੀ, ਉਹਨਾਂ ਵੱਲ ਇੱਕ ਅਲੱਗ ਸਟੇਜ ਬਣਾਈ ਗਈ ਹੈ। ਉਹਨਾਂ ਦਾ ਇਹ ਕਹਿਣਾ ਹੈ ਕਿ ਵੀ ਇੱਥੇ ਜਿਨ੍ਹਾਂ ਨੂੰ ਸਮਾਂ ਨਹੀਂ ਮਿਲਦਾ ਉੱਥੇ ਜੋ ਹੈ ਸਮਾਂ ਦਿੱਤਾ ਜਾਏਗਾ ਬੋਲਣ ਦੇ ਲਈ। ਪਰ ਕੀ ਚਾਹੇ ਭਾਵਨਾ ਇੱਕੋ ਹੀ ਹੈ ਕਿ ਜੋ ਬੋਲਣਾ ਚਾਹੁੰਦਾ, ਵਿਚਾਰ ਸਾਂਝੇ ਕਰਨਾ ਚਾਹੁੰਦਾ ਕਰ ਸਕਣ, ਪਰ ਕੀ ਇਸ ਤਰੀਕੇ ਨਾਲ ਹੁਣ ਇਹ ਸਟੇਜ ਬਣੀ ਹੈ, ਕੱਲ੍ਹ ਨੂੰ ਕੋਈ ਹੋਰ ਸੋਚੂਗਾ ਵੀ ਆਪਾਂ ਸਟੇਜ ਬਣਾ ਲਈਏ। ਇਸ ਨਾਲ ਲੱਗਦਾ ਨਹੀਂ ਕਿ ਇੱਕੋ ਥਾਂ ਤੋਂ ਬੋਲਣਾ, ਇਕੱਠੇ ਹੋ ਕੇ ਇੱਕੋ ਥਾਂ ਗੱਲ ਜਾਣੀ, ਸਭ ਦੇ ਵਿੱਚ ਇੱਕ ਮੈਸੇਜ ਆਉਣਾ, ਤੇ ਹੁਣ ਅਲੱਗ-ਅਲੱਗ ਸਟੇਜਾਂ ਲੱਗਣੀਆਂ, ਵੀ ਕਿਤੇ ਨਾ ਕਿਤੇ ਲੱਗਦਾ ਵੀ ਮਨ ਦੇ ਵਿੱਚ ਜੋ ਲੋਕ ਇੱਥੇ ਆ ਰਹੇ ਖਿਆਲ ਆਉਣੇ ਸ਼ੁਰੂ ਹੋ ਗਏ ਕਿ ਸਾਨੂੰ ਟਾਈਮ ਨਹੀਂ ਦਿੱਤਾ ਜਾ ਰਿਹਾ, ਜਾਂ ਬਹੁਤੇ ਖਾਸ ਲੋਕਾਂ ਨੂੰ ਉੱਥੇ ਟਾਈਮ ਦਿੱਤਾ ਜਾ ਰਿਹਾ, ਬਾਕੀਆਂ ਨੂੰ ਟਾਈਮ ਨਹੀਂ ਦਿੱਤਾ। ਤਾਂ ਇਹ ਅਲੱਗ-ਅਲੱਗ ਸਟੇਜਾਂ 'ਚ ਅਗਰ ਬਣਦੀਆਂ ਨੇ, ਉਸਦਾ ਕੀ ਪ੍ਰਭਾਵ ਪਊਗਾ ਅੱਗੋਂ? ਮੈਂ ਇਸ ਦੀ ਵਿਆਖਿਆ ਤੇ ਥੋੜ੍ਹੀ ਬਾਅਦ 'ਚ ਸ਼ਬਦਾਂ 'ਚ ਕਰਦਾ, ਪਰ ਮੈਂ ਪਹਿਲਾਂ ਜੇ ਦੋ ਟੁੱਕ ਦੇ ਵਿੱਚ ਤੁਸੀਂ ਇਹਦਾ ਜਵਾਬ ਮੰਗੋ ਨਾ, ਤੇ ਮੈਨੂੰ ਕਈ ਵਾਰੀ ਕਿਹਾ ਜਾਂਦਾ ਸੀ ਕਿ ਪਿੰਡਾਂ ਦੇ ਵਿੱਚ ਜਾਤੀ ਆਧਾਰਿਤ ਵੱਖਰੇ ਗੁਰਦੁਆਰੇ ਕਿਉਂ ਬਣਦੇ ਨੇ, ਤੇ ਮੇਰਾ ਇੱਕ ਜਵਾਬ ਹੁੰਦਾ ਸੀ ਕਿ ਬਣਦੇ ਨਹੀਂ, ਬਣਾਉਣ ਦੇ ਵਾਸਤੇ ਮਜਬੂਰ ਕੀਤਾ ਜਾਂਦਾ। ਇਹ ਸਟੇਜ ਲੱਗੀ ਨਹੀਂ, ਇਹ ਲੱਗੀ ਹੋਈ ਸਟੇਜ ਦੇ ਉੱਪਰ ਜਿਸ ਤਰ੍ਹਾਂ ਦੇ ਨਾਲ ਬੁਲਾਰਿਆਂ ਦੇ ਨਾਲ ਤੇ ਨੁਮਾਇੰਦਿਆਂ ਦੇ ਨਾਲ ਇਹਨਾਂ ਨੂੰ ਜਲੀਲ ਕੀਤਾ ਜਾਂਦਾ ਰਿਹਾ, ਇਹ ਉਸ ਦੇ ਪ੍ਰਤੀਕਰਮ ਦੇ ਵਿੱਚੋਂ ਨਿਕਲੀ ਸਟੇਜ ਹੈ। ਪਹਿਲੀ ਗੱਲ ਤਾਂ ਹੈ। ਦੂਸਰੀ ਗੱਲ ਇਹ ਹੈ ਕਿ ਜਿਹੜੇ ਇਹ ਬਹੁਤੀਆਂ ਜਥੇਬੰਦੀਆਂ ਨੇ, ਇਹ ਕੇਵਲ ਤੇ ਕੇਵਲ ਆਪਣੇ ਕੇਡਰ ਦੇ ਵਿੱਚ 150 ਬੰਦਾ ਇਕੱਠਾ ਕਰਕੇ ਬੋਲਣ ਦੀ ਹੈਸੀਅਤ ਰੱਖਦੀਆਂ ਸੀ। ਸੋ ਇੰਨੇ ਵੱਡੇ ਇਕੱਠ ਦੇ ਵਿੱਚ ਜਿਹੜੀ ਜਿੱਥੇ ਹਰ ਵਿਚਾਰਧਾਰਾ, ਜਦੋਂ ਮੈਂ ਹਰ ਵਿਚਾਰਧਾਰਾ ਦੀ ਗੱਲ ਕਰਾਂ ਤੇ ਇਸਨੂੰ ਆਸਤਕ ਤੋਂ ਨਾਸਤਕ ਤੱਕ ਗਿਣ ਲਓ, ਇਹਨਾਂ ਨੂੰ ਖੱਬੇ ਪੱਖੀਆਂ ਤੋਂ ਸੱਜੇ ਪੱਖੀਆਂ ਤੱਕ ਗਿਣ ਲਓ, ਜਾਂ ਫਿਰ ਇਹਨਾਂ ਨੂੰ ਮਾਓਇਸਟ ਤੋਂ ਲੈ ਕੇ ਖਾਲਿਸਤਾਨੀਆਂ ਤੱਕ ਗਿਣ ਲਓ, ਵੀ ਅਸੀਂ ਸਾਰੀਆਂ ਵਿਚਾਰਧਾਰਾਵਾਂ ਦੇ ਲੋਕ ਇੱਥੇ ਸ਼ਾਮਲ ਹਾਂ, ਔਰ ਅਸੀਂ ਉਹਨਾਂ ਵਿਚਾਰਧਾਰਾਂ ਦੇ ਵਖਰੇਵੇਂ ਉੱਥੇ ਛੱਡ ਕੇ ਬਤੌਰ ਕਿਸਾਨੀ ਦੇ ਮੁੱਦੇ ਦੇ ਉੱਪਰ ਵੀ ਅਸੀਂ ਕਿਸਾਨਾਂ ਦੇ ਬੱਚੇ ਹਾਂ, ਇੱਥੇ ਸਾਰੇ ਸ਼ਿਰਕਤ ਕਰ ਰਹੇ ਹਾਂ। ਮੈਨੂੰ ਸਟੇਜ ਤਾਂ ਮੇਰਾ ਅੱਗੇ ਕਸੂਰ ਸੀਗਾ। ਮੈਂ ਸਿਰਫ ਇੰਨੀ ਗੱਲ ਕਹੀ ਨਾ ਕਿ ਇਹ ਲਹਿਰ ਜਿਹੜੀ ਹੈ ਲੀਡਰਾਂ ਦੀ ਨਹੀਂ ਸਿਰਜੀ, ਬਲਕਿ ਇਸ ਲਹਿਰ ਦੇ ਵਿੱਚ ਲੋਕਾਂ ਦਾ ਯੋਗਦਾਨ ਹੈ, ਤੇ ਲੀਡਰ ਲੋਕਾਂ ਦੇ ਸਿਰਜੇ ਹੋਏ ਨੇ ਇਸ ਵਾਰੀ, ਹੈ ਨਾ। ਉਸ ਤੋਂ ਬਾਅਦ ਮੈਨੂੰ ਕਹਿ ਦਿੱਤਾ ਗਿਆ ਕਿ ਸਟੇਜ 'ਤੇ ਨਹੀਂ ਆਊਗਾ, ਕਿ ਮੈਂ ਕਿਹਾ 13 ਦਸੰਬਰ ਤੋਂ ਬਾਅਦ ਮੈਂ ਸਟੇਜ 'ਤੇ ਨਹੀਂ ਗਿਆ। ਤਕਰੀਬਨ 1 ਮਹੀਨਾ ਹੋ ਚੱਲਿਆ ਕਿ ਉਹਨਾਂ ਨੇ ਨਹੀਂ ਜਾਣ ਦਿੱਤਾ। ਦੀਪ ਸਿੱਧੂ ਬੋਲਿਆ, ਉਹਨੇ ਇਹੀ ਗੱਲ ਕਹੀ ਕਿ ਸਾਡੇ ਬਹੁਤੇ ਲੀਡਰ ਜਿਹੜੇ ਨੇ ਟੇਬਲ ਟਾਕ ਤੇ ਜਾ ਕੇ ਸਮਝੌਤਾਵਾਦੀ ਹੋ ਜਾਂਦੇ ਨੇ। ਕੋਈ ਗਲਤ ਗੱਲ ਨਹੀਂ ਕਹੀ ਉਹਨੇ। ਉਸ ਤੋਂ ਬਾਅਦ ਲੱਖੇ ਸਧਾਣੇ ਨੇ ਜਿਹੜੀ ਗੱਲ ਕੀਤੀ ਤੇ ਉਹਨੂੰ ਗੱਲ ਕਰਦਿਆਂ ਟੋਕ ਦਿੱਤਾ ਗਿਆ ਵੀ ਜਿਹੜੇ ਵੀਰਾਂ ਨੇ ਪੰਜਾਬ ਦੇ ਵਿੱਚ ਇਸ ਮਾਹੌਲ ਨੂੰ ਸਰਗਰਮ ਕਰਨ ਦੇ ਵਿੱਚ ਭੂਮਿਕਾ ਨਿਭਾਈ ਹੈ, ਵੇਖੋ ਮੈਨੂੰ ਸਟੇਜਾਂ ਦੀ ਕੋਈ ਲੋੜ ਨਹੀਂ ਹੈ। ਮੈਂ ਦੁਨੀਆ ਦੀਆਂ ਬਹੁਤ ਵੱਡੀਆਂ ਸਟੇਜਾਂ 'ਤੇ ਬੋਲ ਚੁੱਕਾ, ਤਕਰੀਬਨ ਦੁਨੀਆ ਦੇ ਸਾਰੇ ਦੇਸ਼ਾਂ 'ਚ ਬੋਲ ਚੁੱਕਾ, ਤੇ ਜਿੱਥੇ ਮੈਂ ਪੈਸੇ ਲੈ ਕੇ ਬੋਲਦਾ ਹੈ ਨਾ, ਤਾਂ ਇੱਥੇ ਤਾਂ ਮੈਂ ਫਰੀ ਬੋਲਣ ਵਾਸਤੇ ਸੀ ਨਾ। ਸੋ ਮੇਰੀ ਕਹਿਣ ਤੋਂ ਭਾਵ ਇਹ ਹੈ ਕਿ ਇਹਨਾਂ ਬੁਲਾਰਿਆਂ ਨੂੰ ਸਟੇਜਾਂ ਦੀ ਲੋੜ ਨਹੀਂ ਸੀ ਸਾਨੂੰ, ਪਰ ਉਹਦੇ ਬਾਵਜੂਦ ਹੀ ਅਸੀਂ ਕਿਸਾਨੀ ਨਾਲ ਜੁੜੇ ਹੋਣ ਕਰਕੇ ਆਏ। ਪਰ ਜਿਸ ਤਰ੍ਹਾਂ ਦੇ ਨਾਲ ਇਹਨਾਂ ਇਕੱਲੇ ਬੁਲਾਰੇ ਨੂੰ ਜਲੀਲ ਕੀਤਾ, ਰਣਜੀਤ ਬਾਵਾ ਜੀ ਭਾਵੇਂ ਗਾਇਕ ਨਹੀਂ, ਉਹ ਸਾਡੇ ਕੋਈ ਇਤਿਹਾਸਕਾਰੀ ਦੇ ਖੇਤਰ 'ਚੋਂ ਨਹੀਂ ਹੈਗੇ, ਆ ਕੇ ਬਹਿ ਕੇ ਮੁੜ ਕੇ ਟਾਈਮ ਨਹੀਂ ਦਿੱਤਾ ਗਿਆ। ਇਸੇ ਤਰ੍ਹਾਂ ਤਰਸੇਮ ਜੱਸੜ ਆ ਕੇ ਸੰਗਤ 'ਚ ਬੈਠ ਕੇ ਮੁੜ ਕੇ ਟਾਈਮ ਨਹੀਂ ਦਿੱਤਾ ਗਿਆ। ਸੋ ਫਿਰ ਕਿਤੇ ਨਾ ਕਿਤੇ ਇਹਦਾ ਪ੍ਰਤੀਕਰਮ ਤਾਂ ਹੋਣਾ ਸੀ, ਤੇ ਪਰ ਇਹਦੇ ਵਾਸਤੇ ਜਿਹੜੇ ਸਟੇਜ ਲਾ ਰਹੇ ਨੇ 0.1% ਉਹਨਾਂ ਦਾ ਕੋਈ ਦੋਸ਼ ਨਹੀਂ। ਇਹ ਵੱਡੇ ਸਟੇਜ ਵਾਲੇ ਜਿਹੜੇ ਨੇ, ਇਹਨਾਂ ਨੂੰ ਸਟੇਜ ਚਲਾਉਣੀ ਹੀ ਨਹੀਂ ਆਈ, ਇਹਨਾਂ ਨੂੰ ਮੰਚ ਸੰਚਾਲਨ ਕਰਨਾ ਹੀ ਨਹੀਂ ਆਇਆ, ਜਿਹਦੇ ਪ੍ਰਤੀਕਰਮ ਦੇ ਵਿੱਚ ਦੂਜੀ ਸਟੇਜ ਜਿਹੜੀ ਲੱਗੀ। ਕੀ ਅਜਿਹੀਆਂ ਸਥਿਤੀਆਂ ਬਣਨ ਦੇ ਨਾਲ ਕਿਤੇ ਇਹ ਤਾਂ ਨਹੀਂ ਵੀ ਜੋ ਕੇਂਦਰ ਦੀ ਮਨਸ਼ਾ ਹੀ ਇਹੀ ਹੈ ਕਿ ਜਿੰਨਾ ਲੰਬਾ ਚੱਲੇਗਾ ਆਪਸ ਵਿੱਚ ਕਿਸੇ ਨਾ ਕਿਸੇ ਗੱਲ ਨੂੰ ਲੈ ਕੇ ਵਿਰੋਧ ਉੱਠੇਗਾ ਤੇ ਕਿਤੇ ਨਾ ਕਿਤੇ ਸੰਘਰਸ਼ ਫਿੱਕਾ ਪੈ ਜਾਊਗਾ? ਕੀ ਇਹ ਲੱਗ ਰਿਹਾ ਹੈ ਕਿ ਜੋ ਕੇਂਦਰ ਦੀ ਜੋ ਨੀਤੀ ਇਹ ਸੀ ਔਰ ਉਹ ਵਾਕਈ ਪ੍ਰੈਕਟੀਕਲੀ ਹੁਣ ਹੌਲੀ-ਹੌਲੀ ਦਿਖਣੀ ਸ਼ੁਰੂ ਹੋ ਗਈ ਹੈ?
ਜੇ ਉਹ ਦਿਖਣੀ ਸ਼ੁਰੂ ਵੀ ਹੋਈ ਆ ਤੇ ਉਹਦੇ ਵਿੱਚ ਵੀ ਜਿਹੜੀਆਂ ਕਿਸਾਨ ਜਥੇਬੰਦੀਆਂ ਨੇ ਉਹਨਾਂ ਦੀ ਭੂਮਿਕਾ ਨੂੰ ਤੁਸੀਂ ਨਕਾਰ ਨਹੀਂ ਸਕਦੇ। ਇਹਦੇ 'ਚ ਕੋਈ ਸ਼ੱਕ ਨਹੀਂ ਕਿ ਮੈਨੂੰ ਵੀ ਮਹਿਸੂਸ ਹੋ ਰਿਹਾ। ਸਵੇਰੇ ਮੈਨੂੰ ਸਭ ਤੋਂ ਪਹਿਲਾਂ ਕਿਸਾਨ ਜਥੇਬੰਦੀਆਂ ਦੇ ਕਿਸੇ ਨੁਮਾਇੰਦੇ ਦਾ ਫੋਨ ਆਇਆ ਜੀ ਵੱਖਰੀ ਸਟੇਜ ਲੱਗ ਗਈ ਹੈ, ਦੀਪ ਸਿੱਧੂ ਨੇ ਲਾਈ ਹੋਣੀ। ਮੈਂ ਉਹਨੂੰ ਦੱਸਿਆ ਕਿ ਦੀਪ ਸਿੱਧੂ ਰਾਤ ਕਾਫੀ ਸ਼ਾਮ ਤੱਕ ਤਾਂ ਅਸੀਂ ਬੈਠੇ ਰਹੇ, ਹਨੇਰੇ ਤੱਕ ਤਕਰੀਬਨ 11-12 ਵਜੇ ਤੱਕ। ਉਹਦੇ ਤੋਂ ਬਾਅਦ ਉਹਨੇ ਪਟਿਆਲੇ ਜਾਣਾ ਸੀ, ਪਰ ਦੀਪ ਸਿੱਧੂ ਇੱਕਦਮ 1-2 ਘੰਟੇ 'ਚ ਸਟੇਜ ਨਹੀਂ ਲਾ ਸਕਦਾ। ਉਸ ਤੋਂ ਬਾਅਦ ਜੀ ਲੱਖੇ ਸਿਧਾਣੇ ਨੇ ਲਾਤੀ ਹੋਣੀ ਆ, ਤੇ ਫਿਰ ਮੈਂ ਲੱਖੇ ਸਿਧਾਣੇ ਨਾਲ ਕੰਟੈਕਟ ਕੀਤਾ, ਕਹਿੰਦੇ ਨਹੀਂ ਸਾਡੇ ਵੱਲੋਂ ਨਾ ਤਾਂ ਸਟੇਜ ਲਾਉਣ ਦਾ ਕੋਈ ਪ੍ਰੋਗਰਾਮ ਹੈ, ਨਾ ਅਸੀਂ ਲਾਈ ਹੈ। ਉਸ ਤੋਂ ਬਾਅਦ ਮੈਨੂੰ ਉੱਧਰੋਂ ਫੋਨ ਆ ਗਿਆ, ਕਹਿੰਦੇ ਨਹੀਂ ਜੀ ਕੋਈ ਪਗੜੀ ਸੰਭਾਲ ਜੱਟਾ ਲਹਿ ਰਿਹਾ, ਮਾਝੇ ਨਾਲ ਸੰਬੰਧਿਤ ਲੋਕ ਨੇ ਤੇ ਉਹਨਾਂ ਨੇ ਲਾ ਦਿੱਤੀ ਹੈ, ਕਿਉਂਕਿ ਉਹਨਾਂ ਨੂੰ ਵੀ ਸਟੇਜ ਦੇ ਉੱਪਰੋਂ ਜਲੀਲ ਕੀਤਾ ਗਿਆ। ਹੁਣ ਗੱਲ ਇੱਥੇ ਕੇਵਲ ਤੇ ਕੇਵਲ ਸੰਯੁਕਤ ਏਕਤਾ ਜਿਹੜਾ ਇਹਨਾਂ ਦਾ ਮੋਰਚਾ ਹੈ ਉਹਦੇ ਵਿੱਚ ਸ਼ਾਮਲ 31 ਜਥੇਬੰਦੀਆਂ ਦੀ ਨਹੀਂ ਰਹਿ ਗਈ। ਤੁਸੀਂ ਸਾਰੇ ਤੰਬੂਆਂ ਦੇ 'ਚ ਟਰਾਲੀਆਂ ਦੇ 'ਚ ਜਾਓ ਤੇ 10-12 ਹੋਰ ਛੋਟੀਆਂ ਜਥੇਬੰਦੀਆਂ ਨੇ ਜਿਨ੍ਹਾਂ ਨੂੰ ਨੁਮਾਇੰਦਗੀ ਮਿਲੀ ਨਹੀਂ ਸੀ। ਤੁਸੀਂ ਮੈਂ ਕਹਿੰਦਾ ਕਿ ਗੱਲਬਾਤ ਦੇ ਵਿੱਚ ਨੁਮਾਇੰਦਗੀ ਨਾ ਦਿਓ, ਕੋਈ ਇੰਨੀ ਵੱਡੀ ਗੱਲ ਨਹੀਂ ਹੁੰਦੀ, ਪਰ ਉਹਨਾਂ ਨੂੰ ਇੱਥੇ ਤਾਂ ਨੁਮਾਇੰਦਗੀ ਦੇਣੀ ਚਾਹੀਦੀ ਸੀ ਨਾ। ਇੱਥੇ ਤਾਂ ਕੋਈ ਸਰਕਾਰ ਦੇ ਨਾਲ ਗੱਲਬਾਤ ਕਰਨ ਦਾ ਕੋਈ ਕ੍ਰਾਈਟੇਰੀਆ ਨਹੀਂ ਸੀ ਨਾ। ਸੋ ਉਹਦੇ ਕਰਕੇ ਜਦੋਂ ਉਹਨਾਂ ਨੂੰ ਸਟੇਜ ਦੇ ਉੱਪਰ ਮੰਚ ਦੇ ਉੱਪਰ ਹੀ ਨੁਮਾਇੰਦਗੀ ਨਹੀਂ ਮਿਲੀ ਤੇ ਉਹ ਇਕੱਲੇ ਪਗੜੀ ਸੰਭਾਲ ਜੱਟਾ ਨਹੀਂ, ਮੇਰੇ ਖਿਆਲ 7-8 ਹੋਰ ਛੋਟੀਆਂ ਜਥੇਬੰਦੀਆਂ ਨੇ ਜਿਨ੍ਹਾਂ ਨੇ ਮਿਲ ਕੇ ਉਹ ਜਿਹੜੀ ਆ ਸਟੇਜ ਲਗਾ ਦਿੱਤੀ ਆ। ਹਾਂ ਵੇਖੋ ਕੁਦਰਤੀ ਇਹ ਤੇ ਵਰਤਾਰਾ ਇੱਕ ਅਹਿਮ ਹੈ ਕਿ ਜਦੋਂ ਸੰਘਰਸ਼ ਤੁਸੀਂ ਇਸ ਸਿਖਰ ਤੇ ਲੈ ਜਾਂਦੇ ਹੋ ਤੇ ਉੱਥੇ ਜਾ ਕੇ ਲੋਕਾਂ ਨੂੰ ਪ੍ਰਤੱਖ ਰੂਪ ਦੇ ਵਿੱਚ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਆ ਕਿ ਜਿਹੜੀਆਂ 31 ਕਿਸਾਨ ਜਥੇਬੰਦੀਆਂ ਨੇ ਥੋੜ੍ਹੇ ਬਹੁਤੇ ਵਖਰੇਵੇਂ ਤਾਂ ਇਹਨਾਂ 'ਚ ਵੀ ਸੀ। ਤੇ ਤੁਸੀਂ ਮੀਡੀਆ ਨਾਲ ਜੁੜੇ ਹੋਏ ਲੋਕ ਹੋ, ਬਹੁਤ ਸਾਰੇ ਮੀਡੀਆ ਨਾਲ ਜੁੜੇ ਹੋਏ ਲੋਕ ਆ ਕੇ ਦੱਸਦੇ ਸੀ ਕਿ ਇਹਨਾਂ ਦੀਆਂ ਮੀਟਿੰਗਾਂ ਦੇ ਵਿੱਚ ਵਖਰੇਵੇਂ ਜਿਹੜੇ ਨੇ ਜ਼ਾਹਰ ਹੁੰਦੇ ਨੇ। ਪਰ ਹੁਣ ਜਦੋਂ ਪ੍ਰਤੱਖ ਰੂਪ ਦੇ ਵਿੱਚ ਇੱਕ ਮੰਚ ਸੰਚਾਲਨ ਜਾਂ ਸਟੇਜ ਜਿਹੜੀ ਆ ਉਹੀ ਜ਼ਾਹਰ ਹੋ ਗਈ ਆ ਤੇ ਇਹਦਾ ਮਤਲਬ ਸਾਨੂੰ ਇਸ ਜਿਹੜੀ ਹੈਗੀ ਆ ਸਾਡੀ ਆਗੂ ਪ੍ਰਣਾਲੀ ਨੂੰ ਸੋਚਣਾ ਪਊਗਾ ਕਿ ਕਮੀਆਂ ਕਿੱਥੇ ਨੇ। ਇੱਥੇ ਇੱਕ ਹੋਰ ਚੀਜ਼ ਹੈ, ਲਾਈਕ ਅਗਰ ਅਸੀਂ ਕਿਸਾਨ ਆਗੂਆਂ ਨਾਲ ਵੀ ਗੱਲ ਕਰਦੇ ਹਾਂ, ਉਹ ਕਹਿੰਦੇ ਨੇ ਵੀ ਇੱਕ ਤਾਂ ਹੁੰਦਾ ਕਿ ਟੇਬਲ ਟਾਕ ਤੇ ਜਾ ਕੇ ਵਿਚਾਰ ਬਦਲ ਜਾਣ, ਉਹ ਤੇ ਹੁਣ ਪੋਸੀਬਲ ਨਹੀਂ ਹੈ ਕਿਉਂਕਿ ਹੁਣ ਲੋਕਾਂ ਦਾ ਇੰਨਾ ਪ੍ਰੈਸ਼ਰ ਹੈ, ਕਿਉਂਕਿ ਜਨ ਅੰਦੋਲਨ ਬਣ ਗਿਆ। ਤੁਸੀਂ ਕਹੀ ਹੈ ਨਾ, ਇਹੀ ਗੱਲ ਮੈਂ ਕਹੀ ਸੀ ਤੇ ਮੇਰੀ ਬੁਰੀ ਲੱਗੀ ਕਿ ਤੁਸੀਂ ਹੁਣ ਵੇਖ ਇਸ ਕਰਕੇ ਨਹੀਂ ਸਕਦੇ ਕਿਉਂਕਿ ਲੋਕਾਂ ਦਾ ਦਬਾਅ ਹੈ। ਜੇ ਲੋਕਾਂ ਦਾ ਦਬਾਅ ਨਾ ਹੁੰਦਾ ਤੇ ਅਜੇ ਤੱਕ ਮਸਲਾ ਖਤਮ ਹੋ ਚੁੱਕਾ ਹੋਣਾ ਸੀ ਸਮਝੌਤਾਵਾਦੀ ਨੀਤੀਆਂ ਦੇ ਤਹਿਤ, ਜਿਸ ਤਰ੍ਹਾਂ ਪੰਜਾਬ ਦੇ ਮਸਲੇ ਜਾਂ ਹੋਰਾਂ ਸਟੇਟਾਂ ਦੇ ਮਸਲੇ ਖਤਮ ਹੋਏ ਨੇ। ਤੇ ਇਸੇ ਗੱਲ ਦਾ ਉਹਨਾਂ ਨੂੰ ਰੋਹ ਚੜਿਆ ਤੇ ਉਹਨਾਂ ਨੇ ਪ੍ਰਤੀਕਿਰਿਆ ਦਿੱਤੀ ਸੀ ਕਿ ਲੋਕਾਂ ਨੂੰ ਭੜਕਾ ਰਿਹਾ। ਮੈਂ ਲੋਕਾਂ ਨੂੰ ਭੜਕਾ ਨਹੀਂ ਸੀ ਰਿਹਾ, ਮੈਂ ਲੋਕਾਂ ਦੀ ਲੋਕ ਨੁਮਾਇੰਦਗੀ ਦੀ ਗੱਲ ਕਰ ਰਿਹਾ ਸੀ ਕਿ ਸੰਘਰਸ਼ ਦੇ ਵਿੱਚ ਜਿਹੜਾ ਇਹਨੂੰ ਜਨ ਅੰਦੋਲਨ ਦਾ ਜਾਂ ਸਮੂਹਿਕ ਚੇਤਨਤਾ ਦਾ ਜਾਂ ਕਲੈਕਟਿਵ ਕੌਸ਼ੀਅਸਨੈਸ ਦਾ ਜਿਹੜਾ ਤੁਸੀਂ ਝਲਕਾਰਾ ਵੇਖ ਰਹੇ ਹੋ, ਇਹਦੇ ਵਿੱਚ ਤੁਸੀਂ ਕੰਵਰ ਗਰੇਵਾਲ ਦੀ ਭੂਮਿਕਾ ਨੂੰ ਨਕਾਰ ਨਹੀਂ ਸਕਦੇ, ਇਹਦੇ ਵਿੱਚ ਅਦਾਕਾਰਾਂ ਦੀ ਭੂਮਿਕਾ ਨੂੰ ਨਕਾਰ ਨਹੀਂ ਸਕਦੇ, ਇਹਦੇ ਵਿੱਚ ਦੀਪ ਸਿੱਧੂ ਵੱਲੋਂ ਸ਼ੰਭੂ ਮੋਰਚੇ 'ਚ ਜਿਹੜੀ ਨੌਜਵਾਨਾਂ 'ਚ ਚੇਤਨਤਾ ਪੈਦਾ ਕੀਤੀ ਹੈ 1-2 ਮਹੀਨੇ, ਉਹਨੂੰ ਤੁਸੀਂ ਨਕਾਰ ਨਹੀਂ ਸਕਦੇ। ਇਹਦੇ 'ਚ ਵੀਰ ਸਿੰਘ ਵਰਗੇ ਜਿਹੜੇ ਸੁਹਿਰਦ ਜਿਹੇ ਕਲਾਕਾਰ ਨੇ ਉਹਨਾਂ ਦਾ ਯੋਗਦਾਨ ਤੁਸੀਂ ਨਕਾਰ ਨਹੀਂ ਸਕਦੇ। ਸੋ ਇਹਦੇ 'ਚ ਸਾਰਿਆਂ ਦਾ ਯੋਗਦਾਨ ਸੀਗਾ ਤੇ ਤੁਸੀਂ ਹੁਣ ਕਹੋ ਕਿ ਨਹੀਂ ਸਾਡੀ 40 ਸਾਲ ਦੀ ਮਿਹਨਤ ਦੇ ਨਾਲ, ਜਾਂ ਕੱਲ੍ਹ ਹੀ ਕਿਸੇ ਨੇ ਇੱਕ ਦਿਨ ਕਹਿੰਦਾ ਜੀ ਤੁਸੀਂ ਤੇ ਜੇ ਕੱਲ੍ਹ ਦੇ ਬੱਚੇ ਹੋ ਤੇ ਸਾਡੀ 40 ਸਾਲ ਦੀ ਮਿਹਨਤ ਹੈ। ਮੈਂ ਕਿਹਾ ਇਹ ਜਿਹੜੀਆਂ ਮਿਹਨਤਾਂ ਹੁੰਦੀਆਂ ਨੇ ਇਹ ਉਮਰਾਂ ਦੇ ਨਾਲ ਤਕਾਜ਼ਿਆਂ ਦੇ ਨਾਲ ਨਹੀਂ ਚੱਲਦੀਆਂ। ਹੁਣ ਤੁਸੀਂ ਕਹੋਗੇ ਕਿ ਮਹਾਤਮਾ ਗਾਂਧੀ ਨੇ ਬਹੁਤ ਕੁਛ ਕੀਤਾ ਕਿਉਂਕਿ ਵੱਡੀ ਉਮਰ ਦਾ ਸੀ ਤੇ ਕਰਤਾਰ ਸਿੰਘ ਸਾਬਾ ਦੀ 19 ਸਾਲ ਦੀ ਸ਼ਹਾਦਤ ਨੂੰ ਭੁੱਲ ਜਾਈਏ, ਇਸ ਤਰ੍ਹਾਂ ਦਾ ਕਦੀ ਹੋ ਨਹੀਂ ਸਕਦਾ। ਬਿਲਕੁਲ, ਮੈਂ ਉਹੀ ਗੱਲ ਕਰ ਰਹੀ ਸੀ ਕਿ ਹੁਣ ਜੋ ਹੈ ਕਿਸਾਨ ਆਗੂ ਵੀ ਪਿੱਛੇ ਨਹੀਂ ਮੁੜ ਸਕਦੇ ਕਿਉਂਕਿ ਇਹ ਹੁਣ ਕਲੀਅਰ ਹੈ ਕਿ ਜਦ ਤੱਕ ਇਹ ਕਾਨੂੰਨ ਰੱਦ ਨਹੀਂ ਹੁੰਦੇ ਉਹ ਕਹਿੰਦੇ ਵੀ ਅਸੀਂ ਵੀ ਵਾਪਸ ਨਹੀਂ ਮੁੜਨਾ। ਪਰ ਨਾਲ ਹੀ ਜਿਵੇਂ ਅਗਰ ਤੁਸੀਂ ਦੀਪ ਸਿੱਧੂ ਤੋਂ ਵੀ ਗੱਲ ਕਰ ਰਹੇ ਹੋ ਤਾਂ ਮੈਂ ਜ਼ਰੂਰ ਸਵਾਲ ਕਰਨਾ ਚਾਹੂੰਗੀ ਕਿ ਉਹਨਾਂ ਨੇ ਹੁਣ ਜੋ ਇੱਕ ਚਿੱਠੀ ਲਿਖੀ ਹੈ ਕਿਸਾਨ ਜਥੇਬੰਦੀਆਂ ਦੇ ਲਈ, ਉਹਨਾਂ ਆਗੂਆਂ ਨੂੰ ਲਿਖੀ ਹੈ ਚਿੱਠੀ, ਉਹ ਚਿੱਠੀ ਦੇ ਉਹਨਾਂ ਨੇ ਸੋਸ਼ਲ ਮੀਡੀਆ 'ਤੇ ਪਾਈ ਹੈ ਚਿੱਠੀ, ਪਰ ਇਹ ਚੀਜ਼ਾਂ ਬਾਹਰ ਮੈਸੇਜ ਜੋ ਹੈ ਇੱਕ ਤਰੀਕੇ ਨਾਲ ਲੋਕਾਂ ਵਿੱਚ ਵੀ ਇਹ ਜਾ ਰਿਹਾ ਕਿ ਵੀ ਇਹ ਤਾਂ ਆਪਸ ਵਿੱਚ ਬੈਠੇ, ਉੱਥੇ ਇਹਨਾਂ ਦੀ ਆਪਸ ਵਿੱਚ ਹੀ ਹੁਣ ਬਣਨੀ ਜੋ ਹੈ ਬੰਦ ਹੋ ਗਈ। ਜਾਂ ਦੀਪ ਸਿੱਧੂ ਕਹਿੰਦੇ ਨੇ ਵੀ ਸਾਨੂੰ ਕਲੀਅਰ ਕੀਤਾ ਜਾਵੇ ਕਿ ਸਾਨੂੰ ਸੰਘਰਸ਼ ਦਾ ਹਿੱਸਾ ਸਮਝਿਆ ਜਾਂਦਾ ਜਾਂ ਨਹੀਂ ਸਮਝਿਆ ਜਾਂਦਾ। ਇਹ ਆਪਸ ਵਿੱਚ ਬੈਠ ਕੇ ਵੀ ਤਾਂ ਗੱਲ ਸੁਲਝਾ ਸਕਦੇ ਨੇ ਕਿ ਇਸ ਤਰੀਕੇ ਨਾਲ ਸੋਸ਼ਲ ਮੀਡੀਆ 'ਤੇ ਆਉਣਾ, ਇਸ ਤਰੀਕੇ ਨਾਲ ਚੀਜ਼ਾਂ ਵਾਇਰਲ ਕਰਕੇ ਫਿਰ ਉਹ ਚੀਜ਼ ਨੂੰ ਇੱਕ ਦੂਜੇ ਨੂੰ ਸਮਝਾਉਣ ਦੀ, ਇੱਥੇ ਹੀ ਸਾਰੇ ਬੈਠੇ ਨੇ, ਉਹ ਘੁੰਮ ਘੁਮਾ ਕੇ ਇੱਕ ਚੀਜ਼ ਪਹੁੰਚਣੀ, ਕਿਤੇ ਇਕੱਠੇ ਬੈਠ ਕੇ ਗੱਲ ਕਰਨੀ ਉਹ ਅਲੱਗ ਗੱਲ ਹੋ ਜਾਂਦੀ ਹੈ। ਵੇਖੋ ਇਹ ਤਾਂ ਚਿੱਠੀ ਦੀ ਗੱਲ, ਚਿੱਠੀ ਤਾਂ ਰਾਤੀ ਲਿਖੀ ਗਈ ਹੈ। ਚਿੱਠੀ ਤੋਂ ਪਹਿਲਾਂ ਵੀ ਈਵਨ ਦੀਪ ਦੇ ਲਾਈਵ ਹੋਣ ਤੋਂ ਪਹਿਲਾਂ ਵੀ ਜਿਹੜੇ ਵਿੱਚ ਈਵਨ ਮੇਰੀਆਂ ਵੀ ਕੋਸ਼ਿਸ਼ਾਂ ਰਹੀਆਂ, ਮੈਂ ਕਿਸਾਨ ਜਥੇਬੰਦੀਆਂ ਦੇ 2-3 ਆਗੂਆਂ ਨੂੰ ਕਿਹਾ ਵੀ ਦੀਪ ਸਿੱਧੂ ਨੂੰ ਤੁਹਾਨੂੰ ਬੁਲਾਉਣਾ ਚਾਹੀਦਾ ਹੈ, ਇੱਕ ਵਾਰੀ ਉਹਨੂੰ ਸੁਣਨਾ ਚਾਹੀਦਾ ਹੈ ਕਿ ਕਮ ਸੇ ਕਮ ਇਸ ਸੰਘਰਸ਼ ਦੇ ਵਿੱਚ ਲੋਕਾਂ ਨੂੰ ਚੇਤਨਤਾ ਪੈਦਾ ਕਰਨ ਦੇ ਵਿੱਚ ਉਹਦੀ ਮਿਹਨਤ ਤਾਂ ਹੈ ਨਾ। ਰਾਤੀ ਜਦੋਂ ਚਿੱਠੀ ਲਿਖਣੀ ਸੀ ਤਾਂ ਮੈਂ ਉਦੋਂ ਵੀ ਦੀਪ ਸਿੱਧੂ ਨੇ ਉਹ ਚਿੱਠੀ ਦੀ ਗੱਲਬਾਤ ਕੀਤੀ, ਮੈਂ ਉਸ ਚਿੱਠੀ ਨੂੰ ਰਾਤੀ ਪੜ੍ਹਿਆ ਵੀ। ਉਹ ਚਿੱਠੀ ਉਸੇ ਗੱਲ ਦੀ ਨੁਮਾਇੰਦਗੀ ਕਰਦੀ ਹੈ ਜਿਹੜੀ 2 ਦਿਨ ਪਹਿਲਾਂ ਉਹਨੇ ਲਾਈਵ ਹੋ ਕੇ ਵੀ ਕੀਤੀ ਹੈ। ਤੇ ਵੇਖੋ ਇੱਕ ਵਿਅਕਤੀ, ਮੈਂ ਤਾਂ ਕਈਆਂ ਗੱਲਾਂ ਤੇ ਮੈਂ ਬੜਾ ਹੈਰਾਨ ਜਿਹਾ ਹੋ ਜਾਂਦਾ
ਤੁਸੀਂ ਕਹਿੰਦੇ ਦੀਪ ਸਿੱਧੂ ਏਜੰਸੀਆਂ ਦਾ ਬੰਦਾ, ਏਜੰਸੀਆਂ ਸਰਕਾਰ ਦੀਆਂ ਹੁੰਦੀਆਂ, ਤੇ ਜੇ ਸਰਕਾਰ ਦੇ ਨਾਲ ਬਹਿਣ ਤੇ ਕੋਈ ਇਤਰਾਜ਼ ਨਹੀਂ ਤੇ ਦੀਪ ਸਿੱਧੂ ਦੇ ਨਾਲ ਬਹਿਣ 'ਚ ਕੀ ਇਤਰਾਜ਼ ਹੈ? ਸਵਾਲ ਤਾਂ ਸਿੱਧਾ ਜਿਹਾ ਨਾ, ਏਜੰਸੀਆਂ ਸਰਕਾਰ ਦੀਆਂ ਹੀ ਨੇ ਨਾ। ਜੇ ਤੁਸੀਂ ਸਰਕਾਰ ਦੇ ਨੁਮਾਇੰਦਿਆਂ ਨਾਲ ਬਹਿ ਸਕਦੇ ਹੋ ਤੇ ਉਹਨਾਂ ਦੀ ਵੀ ਜਿਹੜੀ ਪ੍ਰੋਗਰਾਮਿੰਗ ਹੁੰਦੀ ਆ ਜਾਂ ਜਿਹੜੇ ਉਹਨਾਂ ਦੇ ਸਰਕਾਰ ਦੇ ਵੀ ਜਿਹੜੇ ਕਾਨੂੰਨ ਤੇ ਇਹਦੇ ਮਸਲੇ ਹੁੰਦੇ ਨੇ, ਏਜੰਸੀਆਂ ਨਾਲ ਜੁੜੇ ਹੋਏ IPS ਤੇ ਜਿਹੜੇ ਬਿਊਰੋਕਰੇਟਸ ਨੇ ਉਹੀ ਤਿਆਰ ਕਰਦੇ ਨੇ। ਤੇ ਜੇ ਤੁਹਾਨੂੰ ਏਜੰਸੀਆਂ ਦਾ ਡਰ ਆ ਤੇ ਸਰਕਾਰ ਦੇ ਨਾਲ ਬਹਿਣ ਦਾ ਡਰ ਨਹੀਂ, ਤੇ ਏਜੰਸੀਆਂ ਦੇ ਬੰਦੇ ਨਾਲ ਵੀ ਬਹਿ ਕੇ ਵੇਖ ਲਓ, ਤੁਸੀਂ ਦੋਸ਼ ਤਾਂ ਲਾਉਂਦੇ ਹੋ। ਪਰ ਇੰਜ ਨਹੀਂ ਹੈਗਾ। ਵੇਖੋ ਜਿਹੜੀ ਉਹਨੇ ਚਿੱਠੀ ਵੀ ਲਿਖੀ ਆ, ਮੈਨੂੰ ਲੱਗਦਾ ਕਿ ਇਹਦੇ ਉੱਪਰ ਕਿਸਾਨ ਜਥੇਬੰਦੀਆਂ ਨੂੰ ਗੌਰ ਕਰਨਾ ਚਾਹੀਦਾ, ਇਨਸਾਨ ਦੀ ਸੁਹਿਰਦਤਾ ਨੂੰ ਵੇਖਣਾ ਚਾਹੀਦਾ। ਤੇ ਦੂਜੀ ਗੱਲ, ਮੰਨ ਲਓ ਜੇ ਜਥੇਬੰਦੀ ਉਹ ਕਿਸੇ ਏਜੰਸੀ ਦਾ ਹੋਵੇਗਾ, ਜਿਵੇਂ ਕੱਲ੍ਹ ਪਰਸੋਂ ਮੈਨੂੰ ਇੱਕ ਪ੍ਰੈਸ ਰਿਪੋਰਟਰ ਪੀਰ ਨੇ ਪੁੱਛਿਆ ਵੀ ਲੱਖਾ ਜਿਹੜਾ ਉਹ ਤਾਂ MLA ਬਣਨਾ ਚਾਹੁੰਦਾ, ਵੀ ਪੰਜਾਬ ਦੇ ਵਿੱਚ ਇੰਨੇ ਕਰਪਟ ਬੰਦੇ ਨੇ, ਇੰਨੇ ਭ੍ਰਿਸ਼ਟਾਚਾਰੀ ਨੇ, ਤੇ ਜੇ ਉਹਨਾਂ ਦੇ ਮੁਕਾਬਲੇ ਲੱਖਾ ਬਣ ਜਾਵੇਗਾ ਤਾਂ ਕੀ ਆ? ਕਹਿੰਦਾ ਜੇ ਬਣ ਗਿਆ ਤੇ ਇਸ ਤਰ੍ਹਾਂ ਦਾ ਗੈਂਗਸਟਰ ਰਹੂਗਾ ਤਾਂ ਮੈਂ ਕਿਹਾ ਫਿਰ ਲੋਕੀ ਲਾਹ ਵੀ ਦੇਣਗੇ। ਵੀ ਤੁਸੀਂ ਕਿਵੇਂ ਦੀਆਂ ਕਿਆਸਰਾਈਆਂ ਆਪਣੇ ਆਪ ਸਿਰਜਣੀਆਂ ਕਿਉਂ ਸ਼ੁਰੂ ਕਰ ਦਿੰਦੇ ਹੋ? ਜੇ ਸੰਘਰਸ਼ ਦੇ ਵਿੱਚੋਂ ਤੁਸੀਂ ਚੰਗੀ ਲੀਡਰਸ਼ਿਪ ਕੱਢ ਵੀ ਲੈਂਦੇ ਹੋ, ਪੰਜਾਬ ਦੇ ਵਿੱਚ 10 20 30 ਨੌਜਵਾਨ ਅੱਗੇ ਵਧੀਆ ਆ ਵੀ ਜਾਂਦੇ, ਤੇ ਮਾੜੀ ਕਿਹੜੀ ਗੱਲ ਨਹੀਂ, ਉਹ ਕਿਸਾਨ ਜਥੇਬੰਦੀਆਂ 'ਚ ਵੀ ਹੋ ਜਾਣ, ਉਹ ਜਿਹੜੇ ਬਾਹਰ ਵਰਕ ਕਰ ਰਹੇ ਨੇ ਵਿਅਕਤੀਗਤ ਨੁਮਾਇੰਦੇ ਉਹਨਾਂ 'ਚ ਵੀ ਹੋ ਜਾਣ। ਤੇ ਜੇ ਕੋਈ ਚੰਗੀ ਪੰਜਾਬ ਦੇ ਵਿੱਚ ਸਿਆਸੀ ਤਸਵੀਰ ਪੈਦਾ ਹੁੰਦੀ ਹੈ ਤੇ ਚਲੋ ਕੋਈ ਮਾੜੀ ਗੱਲ ਤਾਂ ਨਹੀਂ ਹੈ। ਤੇ ਜਥੇਬੰਦੀਆਂ ਨੂੰ ਦੀਪ ਸਿੱਧੂ ਵਾਲੀ ਚਿੱਠੀ 'ਤੇ ਮੇਰੇ ਖਿਆਲ ਨਾਲ ਬੜੀ ਗੰਭੀਰਤਾ ਦੇ ਨਾਲ ਵਿਚਾਰ ਕਰਨੀ ਚਾਹੀਦੀ। ਉਹਨੇ, ਮੈਂ ਸਾਰੀ ਸ਼ਬਦਾਵਲੀ ਨੂੰ ਪੜ੍ਹਿਆ, ਬੜੇ ਪਿਆਰ ਦੇ ਨਾਲ, ਨਿਮਰਤਾ ਦੇ ਨਾਲ ਉਹਨੇ ਕਿਹਾ ਕਿ ਅਸੀਂ ਸਰਕਾਰ ਦੇ ਨਾਲ ਗੱਲਬਾਤ ਕਰਨ ਤੇ ਨਹੀਂ ਜਾਣਾ, ਪਰ ਕਮ ਸੇ ਕਮ ਗੱਲਬਾਤ ਕਰਨ ਤੋਂ ਪਹਿਲਾਂ ਵੇਖੋ ਇੱਕ ਸਿਆਣਾ ਵਕੀਲ ਹੈ, ਉਹਦਾ ਪੇਸ਼ਾ ਵਕਾਲਤ ਹੈ। ਔਰ ਮੈਂ ਕੱਲ੍ਹ ਜਿੰਨੀ ਕੁ ਗੱਲਬਾਤ ਹੋਈ, ਜਿੰਨੀਆਂ ਵੀ ਖੇਤੀਬਾੜੀ ਮੁੱਦਿਆਂ ਦੇ ਨਾਲ ਜਿੰਨੇ ਵੀ ਹੁਣ ਤੱਕ ਸੁਪਰੀਮ ਕੋਰਟ ਦੇ ਫੈਸਲੇ ਨੇ, ਉਹਨੇ ਬੜਾ ਥੋਰਲੀ ਉਹਨਾਂ ਨੂੰ ਸਟੱਡੀ ਕੀਤਾ ਹੋਇਆ। ਤਾਂ ਸੋ ਮੇਰੇ ਖਿਆਲ ਦੇ ਨਾਲ ਜੇ ਕੋਈ ਇੱਕ ਆਮ ਵਕੀਲ ਜਿਹੜਾ ਹੈ ਉਹੀ ਮਾਣ ਨਹੀਂ ਹੁੰਦਾ, ਤੇ ਜੇਕਰ ਸੁਪਰੀਮ ਕੋਰਟ ਦੇ ਵਿੱਚ ਪ੍ਰੈਕਟਿਸ ਕਰ ਚੁੱਕਾ ਇੱਕ ਵਕੀਲ ਜਿਹੜਾ ਤੁਹਾਨੂੰ ਆਪਣੀਆਂ ਸੇਵਾਵਾਂ ਦੇ ਰਿਹਾ, ਉਹਦੀ ਗੱਲ ਤਾਂ ਸੁਣੀ ਜਾਵੇ। ਜੇ ਤੁਹਾਨੂੰ ਲੱਗੇ ਕਿ ਨਹੀਂ ਉਹਦੀਆਂ ਗੱਲਾਂ ਦੇ 'ਚ ਕੋਈ ਖੋਟ ਆ ਤੇ ਨਾ ਤੁਸੀਂ ਉਹਦੇ ਉੱਪਰ ਕੋਈ ਪ੍ਰਤੀਕਰਮ ਦਿਓ ਜਾਂ ਉਹਨੂੰ ਨਾਲ ਨਾ ਲਿਓ, ਨਾ ਬਿਠਾਇਓ। ਪਰ ਜੇ ਆਪਣੀਆਂ ਸੇਵਾਵਾਂ ਵਿਅਕਤੀ ਕੋਈ ਆਪ ਪੇਸ਼ ਕਰ ਰਿਹਾ ਤੇ ਮੇਰੇ ਖਿਆਲ ਨਾਲ ਸੋਚਣਾ ਜ਼ਰੂਰ ਚਾਹੀਦਾ। ਜੀ ਬਿਲਕੁਲ। ਸੋ ਇਸ ਸਮੇਂ ਦੀ ਜ਼ਰੂਰਤ ਹੈ ਕਿ ਜੋ ਕਿਸਾਨ ਆਗੂ ਨੇ ਇੱਥੇ ਜਿੰਨੇ ਵੀ ਲੋਕ ਆਪਣਾ ਜਿਸ ਤਰੀਕੇ ਨਾਲ ਵੀ ਯੋਗਦਾਨ ਪਾਉਣਾ ਚਾਹੁੰਦੇ ਨੇ, ਉਹਨਾਂ ਨੂੰ ਉਸ ਤਰੀਕੇ ਨਾਲ ਜ਼ਰੂਰ ਸਵੀਕਾਰਿਆ ਜਾਵੇ, ਤਾਂ ਕਿ ਇੱਥੇ ਜੋ ਅਣਬਣ ਵਾਲੀ ਸਥਿਤੀ ਨਾ ਜਾਏ, ਕਿਉਂਕਿ ਅਜਿਹੀ ਸਥਿਤੀ ਹੋਣ ਨਾਲ ਬਾਹਰ ਵੀ ਜੋ ਹੈ ਇੱਕ ਗਲਤ ਮੈਸੇਜ ਜ਼ਰੂਰ ਜਾਂਦਾ। ਜੋ ਲੋਕ ਘਰਾਂ ਵਿੱਚ ਬੈਠ ਕੇ ਆਪਣਾ ਪੂਰਾ ਸਮਰਥਨ ਇਸ ਅੰਦੋਲਨ ਨੂੰ ਦੇ ਰਹੇ ਨੇ, ਉਹ ਕਿਤੇ ਨਾ ਕਿਤੇ ਜ਼ਰੂਰ ਨਿਰਾਸ਼ ਹੁੰਦੇ ਨੇ ਕਿ ਇੰਨਾ ਸਮਾਂ ਹੋ ਗਿਆ ਤੇ ਅੱਗੋਂ ਲੰਮਾ ਕਿੰਨਾ ਸਮਾਂ ਚੱਲਣਾ ਹੈ ਇਹ ਹਾਲੇ ਪਤਾ ਨਹੀਂ ਹੈ। ਤੇ ਜੇ ਅਜਿਹੀਆਂ ਗਤੀਵਿਧੀਆਂ ਹੋਣਗੀਆਂ ਤਾਂ ਜ਼ਰੂਰ ਕਿਤੇ ਨਾ ਕਿਤੇ ਨਮੋਸ਼ੀ ਜ਼ਰੂਰ ਹੁੰਦੀ ਹੈ। ਤੇ ਤੁਹਾਡੇ ਵੀ ਜ਼ਰੂਰ ਤੁਸੀਂ ਜਿਹੜਾ ਅਖਬਾਰ ਵੀ ਕੱਢਿਆ, ਪਹਿਲਾਂ ਟਰਾਲੀ ਟਾਈਮਜ਼ ਨੂੰ ਲੈ ਕੇ ਕੁਝ ਗੱਲਾਂ ਹੋਈਆਂ, ਫਿਰ ਤੁਸੀਂ ਕਿਸਾਨ ਟਰਾਲੀ ਟਾਈਮਜ਼ ਨਾਮ ਨਾਲ ਹੁਣ ਜੋ ਤੁਸੀਂ ਆਪਣਾ ਅਖਬਾਰ ਵੀ ਚਲਾ ਰਹੇ ਹੋ, ਇਸ ਨੂੰ ਲੈ ਕੇ ਵੀ ਜ਼ਰੂਰ ਜਾਣਨਾ ਚਾਹਾਂਗੇ ਕਿ ਵੀ ਕਿਵੇਂ ਕੀ ਜ਼ਰੂਰਤ ਲੱਗੀ ਕਿ ਲੱਗਿਆ ਵੀ ਹੁਣ ਇਹ ਪੇਪਰ ਜੋ ਹੈ ਕੱਢਿਆ ਜਾਏ। ਐਕਚੁਅਲੀ ਪੇਪਰ ਦੀ ਤਾਂ ਜਿਹੜੀ ਪਹਿਲੀ ਲੋੜ ਸੀ ਸਿਰਫ ਇੰਨੀ ਕੁ ਸੀਗੀ ਕਿ ਉਦੋਂ ਸਟੇਜ ਦਾ ਸੰਚਾਲਨ ਬਹੁਤ ਮਾੜਾ ਸੀਗਾ ਤੇ ਲੋਕ ਟਰਾਲੀਆਂ 'ਚ ਬੈਠੇ ਰਹਿੰਦੇ ਸੀ। ਸਾਨੂੰ ਲੱਗਾ ਕਿ ਲੋਕਾਂ ਦੇ ਵਿੱਚ ਸੰਘਰਸ਼ ਪ੍ਰਤੀ ਕੋਈ ਉਦਾਸੀਨਤਾ ਨਾ ਆ ਜਾਵੇ, ਇੱਕ ਖੜੋਤ ਨਾ ਆ ਜਾਵੇ। ਤਾਂ ਕੁਦਰਤੀ ਅਸੀਂ ਗੁਰੂ ਤੇਗ ਬਹਾਦਰ ਮੈਮੋਰੀਅਲ ਦੇ 'ਚ ਬੈਠੇ ਸੀਗੇ ਤੇ ਮੇਰਾ ਇੱਕ ਕਾਮਨ ਫਰੈਂਡ, ਮੇਰਾ ਸਿੱਧਾ ਦੋਸਤ ਨਹੀਂ ਸੀ ਕੋਈ, ਸਰਮੀਤ ਮਾਵੀ ਜਿਹੜੇ ਫਿਲਮਾਂ ਦੇ ਸਕ੍ਰਿਪਟ ਰਾਈਟਰ ਵੀ ਨੇ, ਉਹ ਆ ਗਏ ਤੇ ਮੈਨੂੰ ਕਹਿੰਦੇ ਕਿ ਡਾਕਟਰ ਸਾਹਿਬ ਤੁਸੀਂ ਲੇਖਕ ਹੋ ਤੇ ਸਾਨੂੰ ਕੋਈ ਅਖਬਾਰ ਕੱਢ ਦੇਣੀ ਚਾਹੀਦੀ ਹੈ ਵੀ ਜਿਹੜੇ ਬਜ਼ੁਰਗ ਟਰਾਲੀਆਂ 'ਚ ਬੈਠੇ ਨੇ ਨਾ ਉਹਨਾਂ ਨੂੰ ਕੁਝ ਪੜ੍ਹ ਲਈ ਤਾਂ ਹੋਵੇ, ਤੇ ਅਸੀਂ ਜਿਹੜੀ ਰੋਜ਼ ਜੋ ਮੰਚ ਸੰਚਾਲਨ ਦੇ ਜੋ ਆਊਗਾ ਲੋਕਾਂ ਤੱਕ ਗੱਲਾਂ ਪਹੁੰਚ ਜਾਣ ਵੀ ਕਿਸਾਨ ਲੀਡਰ ਕੀ ਕਰ ਰਹੇ ਨੇ, ਸਰਕਾਰ ਨਾਲ ਕਿਵੇਂ ਦੀ ਗੱਲਬਾਤ ਹੋ ਰਹੀ। ਚਲੋ ਮੈਂ ਕਿਹਾ ਚਲੋ ਠੀਕ ਹੈ। ਚਲੋ ਅਸੀਂ ਹਫ਼ਤਾ ਕੁ ਉਹਦੇ 'ਤੇ ਕੰਮ ਕੀਤਾ। ਉਹ ਟੀਮ ਹੋਰ ਸੀ ਵੱਡੀ, ਮੈਂ ਤੇ ਵਿੱਚ ਇਕੱਲਾ ਹੀ ਸੀਗਾ। ਤੇ ਬਾਅਦ ਵਿੱਚ ਹੁਣ ਪਤਾ ਲੱਗਾ ਕਿ ਥੋੜ੍ਹੇ ਲੈਫਟਿਸਟ ਨੇ, ਜੋ ਬਾਅਦ 'ਚ ਜਿਹੜੀਆਂ ਗੱਲਾਂ ਸਾਹਮਣੇ ਹੋਈਆਂ ਉਹ ਤੇ ਬਾਅਦ ਦੀਆਂ ਨੇ ਖੈਰ। ਤੇ ਚਲੋ ਉਹਦਾ ਇੱਕ ਅੰਕ ਕੱਢਿਆ ਤੇ ਉਹਦੇ ਅੰਕ ਦੇ ਉੱਪਰ ਸਭ ਤੋਂ ਵੱਡੀ ਗੱਲ ਜਿਹੜੀ ਮੈਨੂੰ ਮਹਿਸੂਸ ਹੋਈ, ਲੀਡਰਸ਼ਿਪ ਤੋਂ। ਲੀਡਰਸ਼ਿਪ ਨੇ ਇੱਕ ਬੜਾ ਵੱਡਾ ਵਿਵਾਦ ਸ਼ੁਰੂ ਕਰ ਦਿੱਤਾ ਜੀ। ਉਸ ਅੰਕ ਦੇ ਵਿੱਚ ਡਾਕਟਰ ਉਦੋਕੇ ਨੇ ਪੰਜਾਬ ਦੇ ਪਾਣੀਆਂ ਦਾ ਮਸਲਾ ਕਿਉਂ ਛੇੜਿਆ, ਕਿਉਂਕਿ ਹਰਿਆਣਾ ਤਾਂ ਸਾਡੇ ਨਾਲ ਲੜ ਰਿਹਾ ਸੀ। ਅੱਛਾ ਜੀ, ਮੈਂ ਇੱਕ ਦਿਨ 3 ਲੀਡਰਾਂ ਦੇ ਕੋਲ ਗਿਆ। ਮੈਂ ਕਿਹਾ ਇੱਕ ਨਾ ਮੈਂ ਥੋੜ੍ਹੀ ਬਦਤਮੀਜੀ ਵੀ ਕੀਤੀ ਹੈ, ਮੈਨੂੰ ਲੱਗਦਾ ਮੈਨੂੰ ਨਹੀਂ ਸੀ ਕਰਨੀ ਚਾਹੀਦੀ। ਚਲੋ ਖੈਰ ਕਈ ਵਾਰੀ ਗੁੱਸੇ 'ਚ ਹੋ ਜਾਂਦੀ ਹੈ। ਮੈਨੂੰ ਕਹਿੰਦਾ ਜੀ ਤੁਹਾਨੂੰ ਪਾਣੀਆਂ ਦਾ ਮਸਲਾ ਸੀ ਛੇੜਨਾ ਚਾਹੀਦਾ, ਹਰਿਆਣਾ ਸਾਡੇ ਨਾਲ। ਮੈਂ ਕਿਹਾ ਸੰਪਾਦਕੀ ਪੜ੍ਹੀ ਆ? ਨਹੀਂ। ਮੈਂ ਦੂਜੇ ਕੋਲ ਗਿਆ ਜੀ ਤੁਸੀਂ ਪਾਣੀਆਂ ਦਾ ਮਸਲਾ ਛੇੜ ਕੇ ਬੜੀ ਮਾੜੀ ਗੱਲ ਕੀਤੀ। ਮੈਂ ਕਿਹਾ ਸੰਪਾਦਕੀ ਪੜ੍ਹੀ? ਨਹੀਂ। ਜਦੋਂ ਚੌਵਾਂ ਨਾਲ ਮੈਂ ਗੱਲ ਕਰਦੀ ਨਾ, ਫਿਰ ਮੈਂ ਪੇਪਰ ਅੱਗੇ ਰੱਖਤਾ ਵੀ 4 ਪੇਜਾਂ 'ਚ ਪਾਣੀ ਸ਼ਬਦ ਵਿਖਾ ਦਿਓ। ਯਾਰ ਸਾਨੂੰ ਤਾਂ ਕਿਸੇ ਨੇ ਕਿਹਾ ਸੀ, ਸਾਨੂੰ ਤਾਂ ਕਿਸੇ ਨੇ ਕਿਹਾ। ਇੰਨੀ ਘਟੀਆ ਤੁਹਾਡੀ ਮਾਨਸਿਕਤਾ ਹੈ ਕਿ ਤੁਸੀਂ ਪੇਪਰ ਪੜ੍ਹਿਆ ਹੀ ਨਹੀਂ ਤੇ ਮੈਨੂੰ ਦੋਸ਼ੀ ਠਹਿਰਾ ਦਿੱਤਾ। ਇਸ ਲੀਡਰਸ਼ਿਪ ਤੋਂ ਤੁਸੀਂ ਆਸ ਰੱਖਦੇ ਹੋ? ਪੇਪਰ ਕਿਸੇ ਨੇ ਨਹੀਂ ਪੜ੍ਹਿਆ। ਫਿਰ ਮੈਂ 7 ਨੂੰ ਮਿਲਿਆ, ਫਿਰ ਮੈਂ 8 ਨੂੰ ਮਿਲਿਆ ਵੀ ਤੁਸੀਂ ਪੜ੍ਹਿਆ ਹੈ? ਤੁਸੀਂ ਮੇਰੇ ਖਿਲਾਫ ਇਹ ਤਾਂ ਕਹਿ ਦਿੱਤਾ ਵੀ ਉਹਨੇ ਲੀਡਰਸ਼ਿਪ ਦੇ ਉੱਪਰ ਜਾਂ ਦੂਜਿਆਂ ਦੇ ਉੱਪਰ ਜਿਹੜੇ ਨੇ ਸਵਾਲ ਚੁੱਕੇ ਨੇ ਜਾਂ ਪੰਜਾਬ ਤੇ ਹਰਿਆਣੇ ਦੇ ਨਾਲ ਸਾਡਾ ਵਿਵਾਦ ਪਾਉਣ ਦੀ ਕੋਸ਼ਿਸ਼ ਕੀਤੀ ਹੈ, ਉਹਦੇ 'ਚ ਤਾਂ ਹੈ ਹੀ ਕੋਈ। ਸਾਨੂੰ ਕਿਸੇ ਨੇ ਫੋਨ 'ਤੇ ਕਿਹਾ ਸੀ
ਇਸ ਲੀਡਰਸ਼ਿਪ ਤੋਂ ਤੁਸੀਂ ਆਸ ਰੱਖਦੇ ਹੋ ਕਿ ਸਟੇਟ ਦੇ ਨਾਲ ਉਹਦੇ ਬਿਊਰੋਕਰੇਟਸ ਨਾਲ ਗੱਲ ਕਰ ਰਹੇ ਕਿ ਜਿਨ੍ਹਾਂ ਨੇ ਅਖਬਾਰ ਦਾ ਇੱਕ 2 ਕਾਲਮ ਦਾ ਇੱਕ ਆਰਟੀਕਲ ਨਹੀਂ ਪੜ੍ਹਿਆ ਤੇ ਬਿਨਾਂ ਮਤਲਬ ਤੋਂ ਦੋਸ਼ੀ ਠਹਿਰਾਤਾ। ਪਹਿਲਾਂ ਤਾਂ ਮੈਂ ਇਹਨਾਂ ਦੀ ਉਸ ਚੇਤਨ ਸੱਤਾ ਨੂੰ ਤੁਹਾਨੂੰ ਦੱਸਣਾ ਚਾਹੁੰਦਾ ਕਿ ਇਹ ਲੈਵਲ ਹੈ ਇਹਨਾਂ ਲੋਕਾਂ ਦਾ। ਦੂਜੀ ਗੱਲ, ਉਹਦੇ ਵਿੱਚ ਮੈਂ ਇਹ ਗੱਲ ਕਹੀ ਕਿ ਜਿਹੜਾ ਸੰਘਰਸ਼ ਹੈ ਇਹਦੇ ਵਿੱਚ ਲੋਕ ਲਹਿਰ ਹੈ। ਇਹ ਲੋਕਾਂ ਦੀਆਂ ਭਾਵਨਾਵਾਂ ਜਿਹੜੀਆਂ ਤਕਰੀਬਨ ਉਹਦੇ 'ਚ ਸੋਸ਼ਲ ਮੀਡੀਆ ਦਾ ਵੀ ਤੁਹਾਡਾ ਚੈਨਲ ਆਉਂਦਾ ਜਿਹੜਾ ਅਲਟਰਨੇਟਿਵ ਮੀਡੀਆ ਜਿਹਨੂੰ ਅਸੀਂ ਕਹਿੰਦੇ ਹਾਂ ਕਿ ਗੋਦੀ ਮੀਡੀਆ ਦੇ ਖਿਲਾਫ, ਉਹਦਾ ਇੱਕ ਬਹੁਤ ਵੱਡਾ ਰੋਲ ਆ ਕਿ ਜਿਹੜੀ ਵੀ ਗੱਲ ਸਟੇਟ ਸਪੋਂਸਰਡ ਮੀਡੀਆ ਕਰਦਾ ਸੀ ਤੁਸੀਂ ਉਹਦੇ ਖਿਲਾਫ ਆਵਾਜ਼ ਚੁੱਕਦੇ ਸੀ। ਅਤੇ ਨੌਜਵਾਨ ਹਰ ਵੇਲੇ 'ਤੇ ਜੁੜਿਆ ਮੋਬਾਈਲ ਦੇ ਨਾਲ, ਹੈ ਨਾ। ਤਾਂ ਉਹਦੇ ਨਾਲ ਇਹ ਕੀ ਹੋਇਆ ਕਿ ਨੌਜਵਾਨ ਨੂੰ ਸਰਕਾਰ ਦੇ ਵੱਲੋਂ ਕੀਤੇ ਜਾਂਦੇ ਵਿਤਕਰੇ ਦੀ ਹਰ ਗੱਲ ਜਿਹੜੀ ਆ ਉਹ ਪਹੁੰਚਦੀ ਸੀ ਅਤੇ ਉਹਦੇ ਵਿੱਚ ਕਿਤੇ ਨਾ ਕਿਤੇ ਉਹ ਭਾਵਨਾ ਪੈਦਾ ਹੋ ਰਹੀ ਸੀ ਕਿ ਜਿਹੜਾ ਬ੍ਰਹਮਨਿਸਟਿਕ ਨੈਸ਼ਨਲਿਜ਼ਮ ਦਾ ਢਾਂਚਾ ਸਿਰਜਿਆ ਜਾ ਰਿਹਾ, ਮੈਂ ਇਹਦੇ ਖਿਲਾਫ ਲੜਨਾ ਹੈ। ਸੋ ਇੱਕ ਲੋਕ ਰੋਹ ਪੈਦਾ ਤਕਰੀਬਨ ਪਿਛਲੇ 5-6 ਸਾਲ ਤੋਂ ਬਹੁਤ ਜ਼ਿਆਦਾ ਹੋ ਚੁੱਕਾ ਸੀ, ਜਿਹੜਾ ਦੱਬਿਆ ਹੋਇਆ ਸੀ। ਕਿਸਾਨੀ ਦੇ ਮੁੱਦੇ ਤਾਂ ਇੱਕ ਮੌਕਾ ਮਿਲ ਗਿਆ ਨੌਜਵਾਨਾਂ ਨੂੰ ਆਪਣਾ ਉਹ ਰੋਹ ਕੱਢਣ ਦੇ ਵਾਸਤੇ। ਸੋ ਉਹਦੇ ਵਿੱਚ ਮੈਂ ਇਹੀ ਗੱਲ ਲਿਖ ਦਿੱਤੀ ਵੀ ਦਰਅਸਲ ਇਹ ਜਿਹੜੀ ਲੋਕ ਲਹਿਰ ਹੈ ਇਹ ਕੇਂਦਰ ਵੱਲੋਂ ਲੋਕਾਂ ਨਾਲ ਕੀਤੇ ਵਸਾਹਘਾਤਾਂ ਦੀ ਨੁਮਾਇੰਦਗੀ 'ਚੋਂ ਨਿਕਲੀ ਹੈ। ਲੋਕ ਨੁਮਾਇੰਦਗੀ ਕਰਨਾ ਚਾਹੁੰਦੇ ਨੇ ਵੀ ਸਾਡੇ ਨਾਲ ਕੇਂਦਰ ਨੇ ਵਸਾਹਘਾਤ ਕੀਤੇ ਨੇ ਅਤੇ ਅਸੀਂ ਉਹਦੇ ਖਿਲਾਫ ਜਿਹੜਾ ਲੜਨਾ, ਅਸੀਂ ਮਰਨ ਤੱਕ ਵੀ ਜਾਣਾ। ਵੀ ਇਹਦੇ ਵਿੱਚ ਜੇ ਕੋਈ ਆਗੂ ਕਵੇ ਕਿ ਮੇਰੇ ਇਕੱਲੇ ਦੀ ਆਵਾਜ਼ ਦੇ ਉੱਪਰ ਲੋਕ ਆ ਗਏ ਨੇ ਤਾਂ ਇਹ ਉਹਦੀ ਜਿਹੜੀ ਆ ਬੇਈਮਾਨੀ ਹੋਊਗੀ। ਸੋ ਉਹਨਾਂ ਨੂੰ ਉਹ ਗੱਲਾਂ ਵੀ ਬੁਰੀਆਂ ਲੱਗੀਆਂ। ਅੱਛਾ, ਉਹਨਾਂ ਨੇ ਕਹਿ ਦਿੱਤਾ, ਉਹਨਾਂ ਸਾਰੀ ਟੀਮ ਨੂੰ ਕਹਿ ਦਿੱਤਾ ਕਿ ਇਹ ਸੰਪਾਦਕੀ ਦੇ ਨਾਲ ਸਾਡਾ ਕੋਈ ਸੰਬੰਧ ਨਹੀਂ। ਜਦੋਂ ਸੰਪਾਦਕੀ ਦੇ ਬਾਰੇ ਗੱਲ ਚੱਲੀ ਜਿਹੜੀ ਟੀਮ ਨਾਲ ਕੰਮ ਕਰ ਰਹੀ ਸੀ ਅਤੇ ਉਹਨਾਂ ਨੇ ਮੀਡੀਆ ਦੇ ਵਿੱਚ ਬਿਆਨ ਦਿੱਤੇ ਜੀ ਸੰਪਾਦਕੀ 'ਤੇ ਕੋਈ ਪ੍ਰੋਬਲਮ ਨਹੀਂ ਆ, ਸੰਪਾਦਕੀ ਲਿਖਣ ਵਾਲੀ ਸ਼ਖਸੀਅਤ ਨਾਲ ਪ੍ਰੋਬਲਮ ਹੈ। ਸ਼ਖਸੀਅਤ ਦੇ ਨਾਲ ਕੀ ਪ੍ਰੋਬਲਮ ਆ ਜੀ? ਉਹਦੇ 'ਤੇ ਪੰਥਕ ਹੋਣ ਦਾ ਠੱਪਾ ਲੱਗਦਾ। ਅਗਲੇ ਦਿਨ ਸੋਸ਼ਲ ਮੀਡੀਆ ਦੇ ਵਿੱਚ ਮੇਰੀਆਂ ਫੋਟੋਆਂ ਜਿਹੜੀਆਂ ਉਹ ਛਪ ਜਾਂਦੀਆਂ ਨੇ ਖਾਲਿਸਤਾਨੀ ਇਤਿਹਾਸਕਾਰ। ਚਲੋ ਮੈਨੂੰ ਵੀ ਕੋਈ ਇਤਰਾਜ਼ ਨਹੀਂ, ਮੈਂ ਕਈ ਵਾਰੀ ਖਾਲਿਸਤਾਨ ਦੀ ਗੱਲ ਕਰਦਾ ਆਪਣੇ ਲੈਕਚਰਾਂ ਦੇ ਵਿੱਚ, ਕਿਉਂਕਿ ਅੰਤਰਰਾਸ਼ਟਰੀ ਕਾਨੂੰਨਾਂ ਦੇ ਦਾਇਰੇ ਦੇ ਵਿੱਚ ਸਟੇਟ ਦੀ ਮੰਗ ਕਰਨੀ ਕੋਈ ਗੁਨਾਹ ਨਹੀਂ ਹੈਗਾ, ਬਸ਼ਰਤੇ ਉਹ ਵਾਇਲੈਂਸ ਦੇ ਉੱਪਰ ਆਧਾਰਿਤ ਨਾ ਹੋਵੇ ਕਿ ਅਸੀਂ ਬੰਦੇ ਮਾਰਨ ਦੀ ਗੱਲ ਨਾ ਕਰੀਏ, ਅਸੀਂ ਹਥਿਆਰਵਾਦੀ ਸੰਘਰਸ਼ ਦੀ ਗੱਲ ਨਾ ਕਰੀਏ। ਤੁਸੀਂ ਰਾਜ ਦੀ ਗੱਲ ਕਰ ਸਕਦੇ ਹੋ, ਕੋਈ ਗੁਨਾਹ ਵੀ ਨਹੀਂ ਹੈ ਵੀ ਮੈਨੂੰ ਜੇ ਮੈਨੂੰ ਕਹਿ ਦਿੱਤਾ ਗਾ ਖਾਲਿਸਤਾਨੀ ਇਤਿਹਾਸਕਾਰ ਤਾਂ ਮੈਨੂੰ ਡਿਨਾਈ ਨਹੀਂ ਕਰਦਾ ਕਦੀ ਵੀ, ਉਹ ਗੱਲ ਇੱਕ ਵੱਖਰੀ ਹੈ। ਅੱਛਾ, ਉਹਦੇ ਤੋਂ ਬਾਅਦ ਫਿਰ ਕੀ ਹੋਇਆ ਜੀ, ਜਿਹੜੀ ਟੀਮ ਇਹ ਕਹਿ ਰਹੀ ਹੈ ਕਿ ਇਹਦੀ ਲਿਖਤ 'ਚ ਕੋਈ ਪ੍ਰੋਬਲਮ ਨਹੀਂ ਹੈ, ਸ਼ਖਸੀਅਤ 'ਚ ਪ੍ਰੋਬਲਮ ਹੈ, ਉਹਨਾਂ ਨੂੰ ਮੇਰੇ ਹੱਕ 'ਚ ਖਲੋਣਾ ਚਾਹੀਦਾ ਸੀ। ਉਹ ਖਲੋਏ ਨਹੀਂ, ਬਲਕਿ ਜਿਹੜੇ ਗਰੁੱਪ 'ਚ ਸੀ ਮੈਨੂੰ ਉਹਦੇ 'ਚ ਨਾ ਰਿਮੂਵ ਕਰ ਦਿੱਤਾ ਗਿਆ। ਤਾਂ ਫਿਰ ਮੈਨੂੰ ਇਹ ਸੀਗਾ ਕਿ ਬਹੁਤ ਸਾਰਾ ਮੈਟਰ ਜਿਹੜਾ ਮੇਰੇ ਨਾਂ ਕਰਕੇ ਆ ਰਿਹਾ ਸੀਗਾ ਵੀ ਡਾਕਟਰ ਉਦੋਂ ਕੇ ਸੰਪਾਦਕ ਹੈ, ਕਿਉਂਕਿ ਮੇਰਾ ਅਕਸਰ 24 ਸਾਲ ਦਾ ਕੰਮ ਆ ਸਿੱਖਾਂ ਦੇ ਵਾਸਤੇ। ਤਾਂ ਉਹ ਜਿਹੜਾ ਇਤਿਹਾਸ ਦਾ ਮੇਰਾ ਕੰਮ ਸੀ, ਨੌਜਵਾਨ ਜਾਂ ਵੀਰ ਭੈਣਾਂ ਮੈਨੂੰ ਰਚਨਾਵਾਂ ਭੇਜ ਰਹੇ ਸੀਗੇ। ਤਾਂ ਫਿਰ ਮੈਨੂੰ ਸੀਗਾ ਕਿ ਮੈਂ ਇਹਨਾਂ ਰਚਨਾਵਾਂ ਦਾ ਕੀ ਕਰਾਂ ਕਿ ਮੇਰੀ ਤਾਂ ਈਮੇਲ ਰੋਜ਼ ਭਰ ਜਾਂਦੀ ਸੀ ਆਰਟੀਕਲਸ ਦੇ ਨਾਲ ਕਿਸਾਨੀ ਦੇ ਉੱਪਰ। ਫਿਰ ਮੈਂ ਜਸਪਾਲ ਸਿੰਘ ਹੇਰਾ ਨਾਲ ਗੱਲ ਕੀਤੀ ਪਹਿਰੇਦਾਰ ਵਾਲੇ ਤੋਂ, ਕਹਿੰਦੇ ਅਸੀਂ ਤੈਨੂੰ 2 ਪੇਜ ਜਿਹੜੇ ਨੇ ਉਹ ਸੈਂਟਰ 'ਤੇ ਦੇ ਦਿੰਦੇ ਹਾਂ। ਫਿਰ ਉਹਨਾਂ ਨੇ ਕੀ ਕੀਤਾ ਕਿ ਉਹਨਾਂ ਦੀ ਅਖਬਾਰ 'ਚ ਇੱਕ ਤਾਂ ਹੁਣ ਸਰਕੂਲੇਸ਼ਨ ਜ਼ਿਆਦਾ ਹੋ ਗਈ ਕਿ ਰੋਜ਼ ਇੱਥੇ 3000 ਜਿਹੜੀ ਅਖਬਾਰ ਆ ਜਾਂਦੀ ਹੈ। ਤਾਂ ਉਹਨਾਂ ਨੇ ਕੀ ਕੀਤਾ ਕਿ ਇਹਦੇ ਵਿੱਚ ਹੀ ਜਿਹੜੇ ਸੀਗੇ 4 ਪੇਜ ਸਾਨੂੰ ਉਹਨਾਂ ਨੇ ਦੇ ਦਿੱਤੇ ਟਰਾਲੀ ਟਾਈਮ ਦੇ, ਕਿਸਾਨ ਟਰਾਲੀ ਟਾਈਮ ਦੇ ਉੱਪਰ ਉਹਨੇ ਕਲਰਡ ਪੇਜ ਦਿੱਤੇ। ਸੋ ਇਹਦੇ ਵਿੱਚ ਜਿੰਨੀਆਂ ਵੀ ਹੁਣ ਕਿਸਾਨੀ ਦੀਆਂ ਗੱਲਾਂ ਹੁੰਦੀਆਂ ਨੇ ਉਹ ਅਸੀਂ ਸਾਰੀਆਂ ਜਿਹੜੀਆਂ ਉਹ ਕਰ ਦਿੰਦੇ ਹਾਂ। ਤਾਂ ਮਤਲਬ ਕਿ ਇਹਦੇ ਵਿੱਚ ਇਹ ਨਹੀਂ ਹੈ ਕਿ ਇਹ 'ਚ ਕੋਈ ਦੁਫੇੜ ਪਾਉਣ ਦੀ ਕੋਸ਼ਿਸ਼ ਕੀਤੀ ਹੈ, ਮਤਲਬ ਕਿ ਇਹ 'ਚ ਇਹ ਹੈ ਕਿ ਸਾਡੇ ਕੋਲ ਮੈਟਰ ਜਿਹੜਾ ਕਿਸਾਨ ਸੰਘਰਸ਼ ਦੇ ਬਾਰੇ ਹੈ ਵੀ ਉਹਨੂੰ ਜਿਹੜਾ ਸਾਰਾ ਅਸੀਂ ਲੋਕਾਂ ਦੇ ਨਾਲ ਜਿਹੜਾ ਸਾਂਝਾ ਕਰਦੇ ਰਹੇ। ਜੀ ਬਿਲਕੁਲ। ਯਾਨੀ ਕਈ ਕਿਉਂਕਿ ਵੈਸੇ ਆਪਾਂ ਦੇਖਦੇ ਹਾਂ ਨਾ ਕਿ ਘਰ ਪਰਿਵਾਰ ਵਿੱਚ ਵੀ ਕੋਈ ਵੈਸੇ ਫੰਕਸ਼ਨ ਹੋਵੇ, ਵਿਆਹ ਦਾ ਵੀ ਫੰਕਸ਼ਨ ਹੋਵੇ, ਸੁੱਖ ਦੁੱਖ ਹੋਵੇ, ਉੱਥੇ ਵੀ 4 ਰਿਸ਼ਤੇਦਾਰ ਇਕੱਠੇ ਹੋਣ ਤਾਂ ਕਈ ਤਰ੍ਹਾਂ ਦੇ ਜੋ ਹੈ ਗੱਲਾਂ ਹੋ ਜਾਂਦੀਆਂ, ਚੰਗੀਆਂ ਮਾੜੀਆਂ ਸਭ ਹੁੰਦੀਆਂ। ਸੋ ਇੱਥੇ ਬਹੁਤ ਵੱਡੀ ਗਿਣਤੀ ਵਿੱਚ ਲੋਕਾਂ ਦਾ ਇਕੱਠ ਹੋ ਰਿਹਾ, ਜਨ ਅੰਦੋਲਨ ਦਾ ਰੂਪ ਹੈ। ਅਤੇ ਅਸੀਂ ਇਹੀ ਉਮੀਦ ਕਰਦੇ ਹਾਂ ਕਿ ਰਲ ਮਿਲ ਕੇ ਜੋ ਹੈ ਇਸ ਸੰਘਰਸ਼ ਨੂੰ ਜਿਵੇਂ ਹੁਣ ਤੱਕ ਸ਼ਕਤੀ ਦੇ ਨਾਲ, ਊਰਜਾ ਦੇ ਨਾਲ, ਐਨਰਜੀ ਦੇ ਨਾਲ, ਨੌਜਵਾਨਾਂ ਨਾਲ ਮਿਲ ਕੇ, ਬਜ਼ੁਰਗਾਂ ਨਾਲ ਮਿਲ ਕੇ, ਮਹਿਲਾਵਾਂ, ਪਰਿਵਾਰਾਂ ਦੇ ਨਾਲ ਮਿਲ ਕੇ ਅੱਗੇ ਵਧਾਇਆ ਜਾ ਰਿਹਾ ਹੈ, ਇਸੀ ਤਰ੍ਹਾਂ ਅੱਗੇ ਵਧੇ। ਔਰ ਜਿਸ ਗੱਲ ਨੂੰ ਲੈ ਕੇ ਹੱਕਾਂ ਨੂੰ ਮਨਾਉਣ ਦੇ ਲਈ, ਨਾ ਕਾਲੇ ਕਾਨੂੰਨਾਂ ਨੂੰ ਵਾਪਸ ਕਰਾਉਣ ਦੇ ਲਈ ਜੋ ਮੰਗ ਰੱਖੀ ਜਾ ਰਹੀ, ਉਸ ਨੂੰ ਇਸੇ ਜ਼ੋਰ ਦੇ ਨਾਲ ਅੱਗੇ ਵਧਾਇਆ ਜਾਏ, ਨਾ ਕਿ ਆਪਸ ਵਿੱਚ ਉਲਝ ਕੇ ਇਸ ਨੂੰ ਦਿਸ਼ਾਹੀਨ ਕਰ ਦਿੱਤਾ ਜਾਏ। ਸੋ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਕਿ ਤੁਸੀਂ ਆਪਣੇ ਅਹਿਮ ਵਿਚਾਰ ਸਾਡੇ ਨਾਲ ਸਾਂਝੇ ਕੀਤੇ ਜੀ। ਤੁਹਾਡਾ ਬਹੁਤ ਬਹੁਤ ਧੰਨਵਾਦ। ਮਿਹਰਬਾਨੀ ਜੀ। ਅਤੇ ਤੁਸੀਂ ਬਣੇ ਰਹੋ ਜੀ ਨਿਰਪੱਖ ਪੋਸਟ ਦੇ ਨਾਲ। ਪਲ ਪਲ ਦੀ ਖਬਰ, ਹਰ ਅਪਡੇਟ ਕਿਸਾਨ ਅੰਦੋਲਨ ਦੇ ਨਾਲ ਜੁੜਿਆ ਹਰ ਮੁੱਦਾ ਤੁਹਾਡੇ ਤੱਕ ਪਹੁੰਚਾਉਂਦੇ ਰਵਾਂਗੇ ਜੀ। ਫਿਲਹਾਲ ਦਿਓ ਜੀ ਇਜਾਜ਼ਤ। ਧੰਨਵਾਦ।